ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜੁਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਅਸੀਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਇੱਕ ਪੰਕਤੀ ਪੜ੍ਹਦੇ ਤੇ ਸੁਣਦੇ ਹਾਂ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ। ਇਹ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦਾ ਉਚਾਰਿਆ ਹੋਇਆ ਸੂਹੀ ਰਾਗਵੀ ਸ਼ਬਦ ਹੈ। ਜਿਹੜੇ ਵੀ ਧਰਮ ਨਾਲ ਕੋਈ ਮਨੁੱਖ ਸੰਬੰਧ ਰੱਖਦਾ ਹੈ, ਉਹ ਆਪਣੇ ਇਸ਼ਟ ਨੂੰ ਦੂਜਿਆਂ ਦੇ ਨਾਲੋਂ ਵੱਡਾ ਕਹਿਣ ਦਾ ਯਤਨ ਕਰਦਾ ਹੈ। ਭਾਵੇਂ ਕੋਈ ਕਿਸੇ ਵੀ ਧਰਮ ਨਾਲ ਸੰਬੰਧ ਹੋਵੇ, ਪਰ ਜਦੋਂ ਆਪਾਂ ਤਕੜੀ ਤੇ ਤੋਲਦੇ ਆ ਨਾ, ਤੇ ਜਿਹੜਾ ਛਾਬਾ ਨੀਵਾਂ ਹੋਵੇ ਉਹ ਭਾਰਾ ਹੋਵੇਗਾ। ਤਕੜੀ ਲਿਹਾਜ਼ ਨਹੀਂ ਕਰਦੀ। ਇਸੇ ਤਰ੍ਹਾਂ ਆਪਾਂ ਚੋਣਵੇਂ ਧਰਮਾਂ ਦਾ ਮੁਤਾਲਿਆ ਕਰਦੇ ਆ। ਮੁਹੰਮਦ ਸਾਹਿਬ ਦੀ 42 ਸਾਲ ਕੁੱਲ ਉਮਰ ਹੋਈ ਹੈ ਤੇ 40 ਸਾਲ ਦੀ ਉਮਰ ਵਿੱਚ ਮੱਕੇ ਇੱਕ ਗੁਫਾ ਹੈ ਜਿਹਨੂੰ ਹੀਰਾ ਨਾਮ ਦੀ ਗੁਫਾ ਕਹਿੰਦੇ ਨੇ। ਉੱਥੇ ਉਹਨਾਂ ਬੈਠ ਕੇ ਅੱਲਾ ਦੀ ਇਬਾਦਤ ਕੀਤੀ। ਆਪਾਂ ਅਭਿਆਸ ਕਹਿ ਦਿੰਦੇ ਹਾਂ, ਜਾਪ ਕਹਿ ਦਿੰਦੇ ਹਾਂ, ਬੰਦਗੀ ਕਹਿ ਦਿੰਦੇ ਹਾਂ। ਇਤਿਹਾਸ ਦੇ ਮੁਤਾਬਕ 40 ਦਿਨਾਂ ਤੋਂ ਬਾਅਦ ਉਹਨਾਂ ਨੂੰ ਇਲਹਾਮ ਹੋਇਆ ਔਰ ਉਹਨਾਂ ਨੇ ਆਪਣੀ ਉਮਤ ਨੂੰ ਇਹ ਪੈਗਾਮ ਦਿੱਤਾ ਕਿ ਮੈਂ ਖੁਦਾ ਦਾ ਪੈਗੰਬਰ ਹਾਂ ਤੇ ਖੁਦਾ ਇੱਕ ਹੈ, ਖੁਦਾ ਲਾ ਸ਼ਰੀਕ ਹੈ। ਈਸਾ ਜੀ ਦੀ ਕੁੱਲ ਉਮਰ 33 ਸਾਲ ਹੋਈ ਹੈ ਤੇ 30 ਸਾਲ ਦੀ ਉਮਰ ਦੇ ਵਿੱਚ ਉਹਨਾਂ ਯਹੂਨਾ ਨਾਮ ਦੇ ਮਹਾਂਪੁਰਸ਼ਾਂ ਦੇ ਕੋਲੋਂ ਬਪਤਿਸਮਾ ਲਿਆ ਤੇ ਮੁੜ ਕੇ ਉਹਨਾਂ ਪ੍ਰਚਾਰ ਕੀਤਾ ਕਿ ਮੈਂ ਖੁਦਾ ਦਾ ਬੇਟਾ ਹਾਂ। ਜਿਹੜੇ ਮੇਰੇ ਤੇ ਈਮਾਨ ਲਿਆਉਣਗੇ ਮੈਂ ਉਹਨਾਂ ਦੀ ਸਿਫਾਰਿਸ਼ ਕਰਾਂਗਾ, ਪਰ ਸ਼ਰਤ ਹੈ ਵੀ ਮੇਰੇ ਤੇ ਈਮਾਨ ਲਿਆਉਣਗੇ। ਹਿੰਦੁਸਤਾਨ ਦੇ 2 ਮਹਾਂਪੁਰਸ਼ਾਂ ਨੂੰ ਉਹਨਾਂ ਦੇ ਪੈਰੋਕਾਰ ਭਗਵਾਨ ਕਰਕੇ ਬਣਦੇ ਨੇ। ਸ਼੍ਰੀ ਰਾਮ ਚੰਦਰ ਜੀ, ਸ਼੍ਰੀ ਕ੍ਰਿਸ਼ਨ ਮਹਾਰਾਜ, ਉਹਨਾਂ ਦੇ ਪੈਰੋਕਾਰ ਉਹਨਾਂ ਨੂੰ ਭਗਵਾਨ ਕਹਿੰਦੇ ਨੇ। ਲੇਕਿਨ ਰਾਮ ਚੰਦਰ ਜੀ ਨੇ 2 ਗੁਰੂ ਧਾਰਨ ਕੀਤੇ ਤੇ ਕ੍ਰਿਸ਼ਨ ਨੇ 3 ਗੁਰੂ ਧਾਰਨ ਕੀਤੇ ਹਨ।
ਰਾਮਚੰਦਰ ਜੀ ਦੇ ਗੁਰੂ ਦਾ ਨਾਮ ਹੈ ਵਿਸ਼ਵਾਮਿੱਤਰ ਤੇ ਵਸ਼ਿਸ਼ਟ, ਤੇ ਕ੍ਰਿਸ਼ਨ ਦੇ 3 ਗੁਰੂਆਂ ਦੇ ਨਾਮ ਨੇ ਸੰਦੀਪਨ, ਦਰਵਾਸ਼ਾ ਤੇ ਗਰਗ। ਕੇਵਲ ਤੇ ਕੇਵਲ ਇਹ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ 5 ਸਾਲਾਂ ਦੇ, ਜਿਹੜੇ 10 ਸਾਲਾਂ ਦੇ, ਜਿਹੜੇ 50 ਸਾਲਾਂ ਦੇ ਗੁਰੂ ਨਹੀਂ ਬਣੇ, ਜਿਹੜੇ ਪ੍ਰਕਾਸ਼ ਲੈਂਦਿਆਂ ਸਰ ਗੁਰੂ ਹੋਏ ਨੇ। ਗੁਰਦੇਵ ਦੇ ਆਉਣ ਦਾ ਕਾਰਨ ਕੀ ਹੈ? ਗੁਰੂ ਕੀ ਬਾਣੀ ਵਿੱਚ ਲਿਖਿਆ ਕਿ ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੇ ਸਹਿ ਸੁਭਾਏ। ਇਸ ਧਰਤੀ ਨੇ ਲਾਚਾਰ ਹੋ ਕਰਕੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ, ਦੁਆ ਕੀਤੀ, ਪ੍ਰਾਰਥਨਾ ਕੀਤੀ ਵੀ ਮੇਰੇ ਤੇ ਬੜਾ ਜ਼ੁਲਮ ਹੋ ਰਿਹਾ ਹੈ, ਮੈਥੋਂ ਇਹਨਾਂ ਦਾ ਭਾਰ ਨਹੀਂ ਚੱਕਿਆ ਜਾਂਦਾ, ਤੇ ਮੇਰੇ ਤਰਸ ਕਰ ਮੇਰਾ ਭਾਰ ਉਠਾ। ਭਾਈ ਗੁਰਦਾਸ ਨੇ ਉਹਨਾਂ ਭਾਰਾਂ ਦਾ ਵੇਰਵਾ ਕੀਤਾ ਆਪਣੀ ਲਿਖਤ ਵਿੱਚ। ਗੁਰੂ ਨਾਨਕ ਪਾਤਸ਼ਾਹ ਦੇ ਆਉਣ ਦਾ ਕਾਰਨ ਕੀ ਹੈ, ਕਿਉਂ ਆਏ ਨੇ? ਉਹ ਕਹਿੰਦੇ ਕੱਲ ਹੋਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗੁਸਾਈ। ਜਿਹੜੇ ਕਲਯੁਗ ਦੇ ਲੋਕ ਨੇ, ਜਿਵੇਂ ਕੁੱਤਾ ਚੰਗੇ ਤੇ ਮਾੜੇ ਦੀ ਪਛਾਣ ਨਹੀਂ ਕਰਦਾ ਤੇ ਹੱਥਾਂ ਤੇ ਮੂੰਹ ਪਾਈ ਜਾਂਦਾ ਨਾ, ਲੋਕਾਂ ਦਾ ਸੁਭਾਅ ਬਣ ਗਿਆ ਕਿ ਉਹਨਾਂ ਕੇਵਲ ਤੇ ਕੇਵਲ ਆਪਣੇ ਮੂੰਹ ਨੂੰ ਅੱਗੇ ਰੱਖਿਆ, ਮੂੰਹ ਨੂੰ। ਗਿਆਨੀ ਸੰਤ ਸਿੰਘ ਮਸਕੀਨ ਹਰ ਸਾਲ ਮੰਜੀ ਸਾਹਿਬ ਦੀਵਾਲੀ ਦੇ ਮੌਕੇ ਤੇ 13-14 ਦਿਨ ਕਥਾ ਕਰਦੇ ਹੁੰਦੇ ਸਨ, ਤੇ ਮੈਨੂੰ ਉਹਨਾਂ ਦੇ ਬਚਨ ਅੱਜ ਵੀ ਚੇਤੇ ਨੇ। ਉਹਨਾਂ ਨੇ ਮੂਰਖ ਦਾ ਅਰਥ ਕੀਤਾ ਸੀ ਨਾ, ਮੂੰਹ ਨੂੰ ਅੱਗੇ ਰੱਖਿਆ ਵੀ ਜੋ ਮਿਲਿਆ ਖਾਧੀ ਗਏ, ਪਤਾ ਨਹੀਂ ਭੜ ਕੇ ਮਿਲੇਗਾ ਕਿ ਨਹੀਂ ਮਿਲੇਗਾ। ਕੁਝ ਦਿਨ ਹੋਏ ਨੇ, ਨੈਟ ਤੇ ਸਾਡੀ ਕੌਮ ਦੇ ਕਿਸੇ ਵਿਦਵਾਨ ਵੀਰ ਨੇ ਇਹ ਵਿਚਾਰ ਦਿੱਤਾ ਹੈ ਕਿ ਆਪਾਂ ਜੋ ਕੁਝ ਖਾਣੇ ਦਾ ਖਾਣ ਦਾ ਮਨ ਤੇ ਅਸਰ ਨਹੀਂ ਪੈਂਦਾ, ਪਰ ਉਹਦੀ ਵਿਚਾਰ ਗੁਰਮਤਿ ਮੁਤਾਬਕ ਠੀਕ ਨਹੀਂ। ਗੁਰੂ ਕੀ ਬਾਣੀ ਕਹਿੰਦੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ, ਮਨ ਮੇ ਚੱਲੇ ਵਿਕਾਰ। ਭਲਿਆ ਉਹ ਖੁਰਾਕ ਨਾ ਖਾਓ, ਭੋਜਨ ਨਾ ਖਾ, ਜਿਹਦੇ ਖਾਣ ਨਾਲ ਤੇਰੇ ਮਨ ਵਿੱਚ ਵਿਕਾਰ ਪੈਦਾ ਹੋ ਜਾਣ। ਸਾਡਾ ਸੁਭਾਅ ਬਣਿਆ ਵੀ ਜੋ ਆਵੇ ਖਾਈ ਗਏ। ਖੁਰਾਕ ਦਾ ਸਾਡੇ ਮਨ ਤੇ ਅਸਰ ਪੈਂਦਾ ਹੈ। ਇਹਦੀ ਇੱਕ ਨਿੱਕੀ ਜਿਹੀ ਉਦਾਹਰਨ ਮੈਂ ਆਪਣੇ ਚਾਚੇ ਕੋਲੋਂ ਪੜ੍ਹੀ, ਸੰਤ ਕਰਤਾਰ ਸਿੰਘ ਹੋਰਾਂ ਕੋਲੋਂ। ਉਹ ਕਹਿੰਦੇ ਕਿ ਇੱਕ ਮਹਾਤਮਾ ਵਿਅੰਗਮ ਸੀ। ਵਿਅੰਗ ਦਾ ਭਾਵ ਹੁੰਦਾ ਪੰਛੀ, ਜਿਹੜਾ ਆਪਾਂ ਵਿਅੰਗਮ ਕਹਿੰਦੇ ਆ ਨਾ, ਇਹ ਲਫ਼ਜ਼ ਦਾ ਅਰਥ ਹੈ ਵਿਹੰਗਮ ਦਾ ਭਾਵ ਪੰਛੀ। ਜਿਵੇਂ ਪੰਛੀ ਐਸ ਟਾਹਣੀ ਤੇ ਹੈ, 10 ਮਿੰਟਾਂ ਨੂੰ ਹੋਰ ਟਾਹਣੀ ਤੇ ਹੈ, ਤੇ ਵਿਹੰਗਮ ਦਾ ਭਾਵ ਹੈ ਕਿ ਉਹਨੂੰ ਪਕੜ ਕੋਈ ਨਹੀਂ, ਉਹ ਆਪਣੀ ਮੌਜ ਵਿੱਚ ਵਿਚਰਦੇ ਹਨ। ਵਿਅੰਗਮ ਮਹਾਤਮਾ ਸੀ, ਉਮਰ ਵਡੇਰੀ ਹੈ, ਤੇ ਇੱਕ ਪਿੰਡ ਵਿੱਚ ਗਏ, ਕਹਿੰਦੇ ਵੀ ਗੁਰਮੁਖ ਮੈਂ ਇੱਥੇ ਰਾਤ ਕੱਟਣੀ, ਕੋਈ ਹੈ ਪਿਆਰਾ ਜਿਹੜਾ ਮੈਨੂੰ ਰਾਤ ਕਟਾ ਦੇ। ਉਹ ਪਰੇ ਵਿੱਚ ਆਦਮੀ ਬੈਠੇ ਸਨ, ਕਹਿੰਦੇ ਬਾਬਾ ਜੀ ਇੱਥੇ ਸਾਡੇ ਇੱਕ ਬਜ਼ੁਰਗ ਮਾਤਾ ਹੈ ਤਾਂ ਵਿਚਾਰੀ ਗਰੀਬ, ਪਰ ਆਏ ਗਏ ਮਹਾਂਪੁਰਸ਼ਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਕੇ ਸੇਵਾ ਕਰਦੀ। ਮਹਾਤਮਾ ਚਲੇ ਗਏ। ਮਾਤਾ ਜੀ ਨੇ ਮੰਜਾ ਢਾਹ ਕੇ ਦਿੱਤਾ ਤੇ ਕਹਿਣ ਲੱਗੀ ਬਾਬਾ ਜੀ ਮੈਂ ਤੁਹਾਡੇ ਲਈ 2 ਰੋਟੀਆਂ ਲਾ ਦਾਂ, ਲੇਕਿਨ ਹੈ ਉਹ ਗਰੀਬ। ਇਹਦੇ ਨਾਲ ਇੱਕ ਹੋਰ ਨੁਕਤਾ ਸਾਂਝਾ ਕਰਨ ਵਾਲਾ ਜੇ, ਅੱਜ ਗਰੀਬਾਂ ਦੇ ਘਰ ਕੋਈ ਨਹੀਂ ਜਾਂਦਾ। 2.5-3 ਮਹੀਨੇ ਰਹਿ ਗਏ ਨੇ ਵੋਟਾਂ ਪੈਣ ਦੇ, ਤੇ ਵੇਖਿਆ ਜੀ ਵੀ ਲੀਡਰਾਂ ਨੇ ਆਉਣਾ, ਭਾਬੀ ਪਾਣੀ ਪਿਆ ਘੁੱਟ, ਤੇ ਹੈ ਨਹੀਂ, ਪਰ ਪਾਣੀ ਦੇ ਬਹਾਨੇ ਵੀ ਜਿਹਦੇ ਕੋਲੋਂ ਪਾਣੀ ਪੀਵਾਂਗਾ ਵੋਟ ਮੇਰੀ ਪੱਕੀ ਹੋ ਜਾਏਗੀ। ਸਾਰੀਆਂ ਪਾਰਟੀਆਂ, ਮੈਂ ਕਿਸੇ ਦੇ ਉਲਟ ਨਹੀਂ, ਮੇਰੀ ਪਾਰਟੀ ਕੋਈ ਨਹੀਂ, ਮੇਰੀ ਪਾਰਟੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰਾ ਪ੍ਰਧਾਨ ਹੈ। ਇਹ ਤੋਂ ਬਿਨਾਂ ਮੈਂ ਕਿਸੇ ਪ੍ਰਧਾਨ ਤੇ ਵਿਸ਼ਵਾਸ ਨਹੀਂ ਕਰਦਾ। ਮੇਰਾ ਪ੍ਰਧਾਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ।
ਤੇ ਜਦੋਂ ਪਾਣੀ ਪੀ ਲਿਆ, ਵੋਟਾਂ ਪੈ ਗਈਆਂ, ਤੇ ਮੁੜ ਕੇ ਉਹ ਭਾਬੀ ਆ ਕੇ ਨਾ ਵੀ ਦਿਓ ਨੂੰ ਲੱਭਾਂ, ਦਿਓ ਨਹੀਂ ਲੱਭਣਾ 5 ਸਾਲ, ਚੰਡੀਗੜ੍ਹ ਦਿਓ ਰਹੇਗਾ। ਉਹਨਾਂ ਲੋਕਾਂ ਤੋਂ ਬਚੋ। ਇਹ ਗੁਰੂ ਨਾਨਕ ਹੈ ਜਿਹੜਾ ਇਹ ਕਿਰਤੀ ਤੇ ਗਰੀਬ ਘਰ ਤੋਂ ਆਪਣੇ ਗੁਰਮਤਿ ਪ੍ਰਚਾਰ ਨੂੰ ਆਰੰਭ ਕਰਦਾ, ਭਾਈ ਲਾਲੂ ਦੇ ਘਰ ਤੋਂ। ਇੱਥੇ ਇੱਕ ਹੋਰ ਗੱਲ ਚਿੱਥਣੀ, ਮੈਂ ਜਿਹੜੇ ਆਪਣੀਆਂ ਦੁਕਾਨਾਂ ਚਲਾਉਂਦੇ ਬਾਬੇ, ਉਹਨਾਂ ਦੇ ਮੈਂ ਨਿੱਜੀ ਤੌਰ ਤੇ ਬੜਾ ਖਿਲਾਫ ਹਾਂ। ਤੇ ਇੱਕ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਇਹ ਸਬਸਿਡੀ ਬੜਾ ਰਿਵਾਜ ਬਣਿਆ ਹੈ। ਜੇ ਕਿਤੇ ਬੀਬੀਆਂ ਬਾਬਿਆਂ ਦੀ ਸਬਸਿਡੀ ਬੰਦ ਕਰ ਦੇਣ ਤੇ ਭੁੱਖੇ ਮਰਦੇ ਸਿੱਧੇ ਹੋ ਜਾਣ, ਕੰਮ ਕਰਨ ਲੱਗ ਪੈਣ। ਨਾ ਬੀਬੀਆਂ ਸਬਸਿਡੀ ਬੰਦ ਕਰਦੀਆਂ ਤੇ ਨਾ ਬਾਬੇ ਮੁੱਕਦੇ ਨੇ। ਕਹਿਣਗੇ ਜੀ ਕੱਲ ਨੂੰ ਮਾੜਾ ਕਹਿਣਾ, ਰੱਬ ਦਾ ਪਿਆਰਾ, ਵੀ ਸਰਟੀਫਿਕੇਟ ਹੈ ਵੀ ਰੱਬ ਦਾ ਪਿਆਰਾ। ਇਹਨਾਂ ਦੀਆਂ ਕਰਤੂਤਾਂ ਵੇਖੋ। ਤਗੜੇ ਦੇ ਘਰ ਗਏ, ਉੱਥੇ ਕਸਟਰਡ ਬਣੀ ਹੈ, ਖੀਰ ਬਣਿਆ, ਪਕਵਾਨ ਬਣੇ ਨੇ, ਤੇ ਆਪਣੇ ਸੇਵਾਦਾਰ ਨੂੰ ਕਹਿਣਗੇ ਪੁੱਤਰ ਪੰਕਤੀ ਪੜੋ। ਉਹ ਪੰਕਤੀ ਪੜਨਗੇ, ਪ੍ਰਭ ਜੀ ਇਹ ਮਨੋਰਥ ਮੇਰਾ, ਇਹ ਮਹਾਰਾਜ ਕਿਰਪਾ ਕਰੀ ਇਹ ਕਸਟਰਡ ਤੇ ਖੀਰ ਆਉਂਦੀ ਰਹੇ। ਤੇ ਨਾਲ ਗਵਾਂਢੀਆਂ ਦਾ ਘਰ ਹੈ, ਤੇ ਉਹ ਬੀਬੀ ਨੇ ਵੇਖਿਆ ਵੀ ਆਪਣੇ ਘਰ ਹੀ ਬਾਬੇ, ਹੁਣ ਘਰ ਵਾਲੇ ਨੂੰ ਕਹਿਣ ਲੱਗੀ ਬਾਬਿਆਂ ਨੂੰ ਆਪਾਂ ਵੀ ਬੁਲਾਈਓ। ਕਹਿਣ ਲੱਗਾ ਭਲਗੇ ਆਪਣੇ ਕੋਲ ਗੁੰਜਾਇਸ਼ ਨਹੀਂ। ਕਹਿਣ ਲੱਗੀ ਕੋਈ ਗੱਲ ਨਹੀਂ, ਬਾਬੇ ਨੇ ਰੁੱਖੀ ਸੁੱਖੀ ਖਵਾ ਦਿਆਂਗੇ। ਅਗਲੇ ਐਤਵਾਰ ਵਾਸਤੇ ਬਾਬਿਆਂ ਨੂੰ ਬੇਨਤੀ ਕੀਤੀ ਤੇ ਬਾਬੇ ਆ ਗਏ। ਹੈਨ ਸਾਨੂੰ ਮਾਤਰ ਗਰੀਬ, ਉਹਨਾਂ ਨੇ ਸਾਬਤ ਮੂੰਗੀ ਬਣਾਈ, ਨਾ ਕਸਟਰਡ, ਨਾ ਖੀਰ, ਨਾ ਕੜਾਹ, ਨਾ ਜਰਦਾ। ਹੁਣ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਵੀ ਬਾਬਾ ਜੀ ਅੱਜ ਕਿਹੜਾ ਸ਼ਬਦ ਪੜੀ? ਕਹਿੰਦੀ ਪੁੱਤਰ ਅੱਜ ਪੜੋ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰ ਸੰਭਾਲੇ। ਇਹਨਾਂ ਲੋਕਾਂ ਤੋਂ ਸਟੇਤ ਰਹੋ। ਕੇਵਲ ਤੇ ਕੇਵਲ ਸੱਚਾ ਬਾਬਾ ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਅਸੀਂ ਭਾਸ਼ਣ ਭਾਵੇਂ ਕਿੰਨਾ ਕਰੀਏ, ਇਹ ਮੇਰੀ ਗੱਲ, ਕਿਉਂਕਿ ਸੱਚ ਕਿਸ ਦਾ ਲਿਹਾਜ਼ ਨਹੀਂ ਕਰਦਾ। ਬੜਾ ਕੁਝ ਅਸੀਂ ਕਹਿੰਦੇ ਆ, ਪਰ ਲਿਫਾਫਾ ਨਾ ਦਿਆ ਜੇ। ਵੇਖਿਆ ਜੇ ਸਟੇਜ ਤੇ ਬਾਹਾਂ ਲਾਉਣ ਵਾਲਿਆਂ ਨੂੰ ਤਾਪ ਕਿਵੇਂ ਚੜਦਾ ਹੈ। ਅਸੀਂ ਕਈ ਤਾਂ ਜਾਣਦੇ ਹਾਂ ਨੇ, ਫਲਾਣਾ ਬਦਲਾ ਦਿਓ ਤੇ ਫਲਾਣਾ ਲਾ ਦਿਓ। ਇਹਦਾ ਭਾਵ ਹੈ ਉਹਨੂੰ ਲਾਓ ਤੇ ਮੈਨੂੰ ਬਣਾਓ। ਗੁਰਮਤਿ ਕਹਿੰਦੀ ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਭਾਵੇਂ ਗੋਲ ਪੱਗ ਬੱਧੀ ਤੇ ਭਾਵੇਂ ਗੁੱਠਵਾੜੀ ਲੈਣ ਵਾਸਤੇ ਆਪਾਂ ਉਹਨੇ ਲੈਣ ਲਈ। ਲਿਓ ਲਿਓ ਕਰਤ ਫਿਰੇ ਸਭ ਲੋਕ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਮੇਰੀ ਨਹੀਂ। ਲਿਓ ਲਿਓ ਕਰਤ ਫਿਰੇ ਸਭ ਲੋਕ। ਸਾਰੇ ਲੈਣ ਤੱਕ ਸੀਮਤ ਨੇ, ਦੇਣ ਤੱਕ ਕੋਈ ਨਹੀਂ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਦੇਣਾ ਜਾਣਦਾ ਹੈ। ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਆ ਨਾ ਕੋਏ। ਭਾਵੇਂ ਕਿਸੇ ਭੇਖ ਵਿੱਚ ਵੀ ਆਈਏ, ਅਸੀਂ ਆਪਣੇ ਆਪ ਨੂੰ ਬਾਬਾ ਜੀ ਖਵਾ ਲਈਏ, ਗਿਆਨੀ ਜੀ ਖਵਾ ਲਈਏ, ਕੁਝ ਖਵਾ ਲਈਏ। ਅਸੀਂ ਲੈਣ ਵਾਲੇ ਮੰਗਤੇ ਆ। ਇਹ ਦਾਤਾ ਜੇ ਬੇਨਤੀ ਕਰਾਂ, ਬਾਕੀ ਦੀਆਂ ਗੱਲਾਂ ਤੁਹਾਡੇ ਪੱਲੇ ਪੈਣ ਜਾਂ ਨਾ ਪੈਣ, ਦਾਤੇ ਨੂੰ ਛੱਡ ਕੇ ਤੇ ਮੰਗਤਿਆਂ ਦੇ ਪੈਰੀ ਨਾ ਪਾਓ। ਤੇ ਦਾਤਾ ਕੌਣ ਹੈ? ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਂ ਆਮ ਕਰਕੇ ਸਮਾਪਤੀ ਤੇ ਗੱਲ ਕਰਦਾ ਹਾਂ। ਮੈਂ ਪਹਿਲਾਂ ਕਹਿ ਦਿਆਂ ਕਿਤੇ ਭੁੱਲ ਨਾ ਜਾਵੇ। ਮੇਰੀਆਂ ਧੀਆਂ ਬੈਠੀਆਂ ਜੇ, ਭੈਣਾਂ ਬੈਠੀਆਂ ਜੇ, ਬੱਚੀਆਂ ਜੇ, ਬੀਬੀਓ, ਬੰਦਿਆਂ ਦੇ ਡੇਰਿਆਂ ਤੇ ਜਾਂਦੀਆਂ ਲੋਕੀ ਤੁਹਾਡੇ ਵੱਲ ਉਂਗਲਾਂ ਕਰਦੇ ਨੇ। ਤੁਹਾਨੂੰ ਬਿਨਾਂ ਤੁਹਾਡੀ ਗਲਤੀ ਤੋਂ ਛੱਜ ਵਿੱਚ ਪਾ ਕੇ ਛੱਟਦੇ ਨੇ। ਕਾਰਨ ਬੰਦਾ ਕਾਮ ਤੋਂ ਬਣਿਆ ਤੇ ਕਾਮ ਤੋਂ ਰਹਿਤ ਨਹੀਂ। ਜਿਹੜਾ ਬਣਿਆ ਕਾਮ ਤੋਂ ਰਹਿਤ ਕਿਵੇਂ ਹੋਵੇਗਾ? ਬੰਦਾ ਲਾਲਚੀ, ਬੰਦਾ ਹੰਕਾਰੀ, ਬੰਦੇ ਦੇ ਅੰਦਰ ਮੋਹ। ਉਹਨਾਂ ਕੋਲ ਗਈਆਂ ਤੇ ਲੋਕਾਂ ਤੁਹਾਨੂੰ ਉਂਗਲਾਂ ਕੀਤੀਆਂ, ਤੁਹਾਡੇ ਤੇ ਪਤਾ ਨਹੀਂ ਕੀ ਕੀ ਤੋਹਮਤਾਂ ਲਾਈਆਂ। ਕਿਉਂ? ਬੰਦਾ ਕਿਸੇ ਮੌਕੇ ਗਲਤੀ ਕਰ ਸਕਦਾ ਹੈ, ਪਰ ਭੈਣੋਂ ਤੇ ਬੱਚਿਓ, ਐਸ ਗੁਰੂ ਕੋਲ ਆਵਾਂਗੇ ਤੁਹਾਡੇ ਤੇ ਕਿਸੇ ਉਂਗਲ ਨਹੀਂ ਜੇ ਕਰਨੀ। ਕਾਰਨ ਇਹ ਗੰਦਾ ਨਹੀਂ। ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਾ, ਇਹ ਗੰਦਾ ਨਹੀਂ। ਇਹ ਕਾਮ ਤੋਂ ਨਹੀਂ ਬਣਿਆ। ਇਹਦੇ ਵਿੱਚ ਕ੍ਰੋਧ ਨਹੀਂ, ਇਹਦੇ ਵਿੱਚ ਲੋਭ ਨਹੀਂ, ਇਹਦੇ ਵਿੱਚ ਮੋਹ ਨਹੀਂ, ਇਹਦੇ ਵਿੱਚ ਹੰਕਾਰ ਨਹੀਂ। ਇਹ ਤਾਂ ਇੱਕੋ ਇੱਕ ਸਾਨੂੰ ਆਵਾਜ਼ ਮਾਰਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ,
ਗਾਵੋ ਸੱਚੀ ਬਾਣੀ। ਇਹ ਨਹੀਂ ਆਂਦਾ ਮੇਰੇ ਲਈ ਫਲਾਨੀ ਕੀ ਲੈ ਗਿਆ, ਉਹਨੂੰ ਕਹਿੰਦਾ ਮੇਰੇ ਕੋਲ ਆਓ ਤੇ ਸੱਚੀ ਬਾਣੀ ਗਾਓ, ਮੈਂ ਤੁਹਾਡੇ ਕੋਲ ਹੋਰ ਕਿਸੇ ਤਰ੍ਹਾਂ ਦੀ ਝਾਕ ਨਹੀਂ ਰੱਖਦਾ। ਗੱਲ ਸੁਭਾਵਿਕ ਆ ਗਈ। ਮਹਾਤਮਾ ਉਸ ਬੀਬੀ ਦੇ ਮਾਤਾ ਦੇ ਘਰ ਗਏ ਤੇ ਮਾਤਾ ਜੀ ਨੇ ਮੰਜਾ ਢਾ ਕੇ ਦਿੱਤਾ, ਚੁੱਲ੍ਹੇ ਤੇ ਅੱਗ ਬਾਲੀ ਤੇ ਚੁੱਲ੍ਹੇ ਦੇ ਮਗਰ ਕੰਧ ਦੇ ਵਿੱਚ ਇੱਕ ਨਿੱਕੀ ਜੀ ਮੋਰੀ ਸੀ, ਉਹਦੇ ਚ ਮਾਤਾ ਨੇ 2 ਇੱਟਾਂ ਡਾਈਆਂ ਸਨ ਪੱਕੀਆਂ। ਇੱਟਾਂ ਨੂੰ ਪਾਸੇ ਕੀਤਾ, 2 ਪ੍ਰਸ਼ਾਦੇ ਪਕਾਏ, ਮਹਾਤਮਾ ਨੂੰ ਦਿੱਤੇ ਤੇ ਮਹਾਤਮਾ ਨੂੰ ਅੱਜ ਨੀਂਦ ਨਹੀਂ ਆਉਂਦੀ, ਮਨ ਨਹੀਂ ਜੁੜਦਾ। ਮਨ ਵਿੱਚ ਵਿਚਾਰ ਕੀਤੀ ਵੀ 80 ਸਾਲ ਦਾ ਹੋ ਗਿਆ, ਮੌਤ ਦੇ ਕੰਢੇ ਆ ਗਿਆ, ਕਦੇ ਮਨ ਉਖੜਿਆ ਨਹੀਂ। ਅੱਜ ਕਾਰਨ ਕੀ ਹੈ? ਉਹਨੇ ਚਿਰ ਨੂੰ ਉਹਨਾਂ ਮਹਾਂਪੁਰਸ਼ਾਂ ਦੇ ਕੰਨਾਂ 'ਚ ਢੋਲਕੀ ਦੀ ਆਵਾਜ਼ ਪਈ, ਸਾਜ਼ਾਂ ਦੀ ਆਵਾਜ਼ ਪਈ ਤੇ ਕਹਿਣ ਲੱਗੇ ਮਾਤਾ ਇਹ ਖੜਾਕ ਕਾਹਦਾ? ਮਾਤਾ ਦੀਆਂ ਭੂਆਂ ਨੇ ਵੀ ਕਹਿਣ ਲੱਗੀ ਬਾਬਾ ਜੀ ਮੇਰੇ ਪਾਪਾਂ ਦਾ ਫਲ। ਮਹਾਤਮਾ ਕਹਿਣ ਲੱਗੇ ਮਾਤਾ ਮੈਂ ਤੈਨੂੰ ਬੇਨਤੀ ਕੀਤੀ ਕਿ ਆਵਾਜ਼ ਕਾਹਦੀ ਆਉਂਦੀ, ਤੇਰੇ ਪਾਪ ਤੂੰ ਕੀ ਕੀਤੇ? ਤੂੰ ਤਾਂ ਬੜੀ ਗੁਰਮੁਖ ਹੈ, ਆਏਗਾ ਨੂੰ ਪ੍ਰਸ਼ਾਦਾ ਛਕਾਉਣੀ, ਤੂੰ ਪਾਪਣ ਹੋ ਹੀ ਨਹੀਂ ਸਕਦਾ। ਕਹਿੰਦੀ ਬਾਬਾ ਜੀ ਇਹ ਵੇਸਵਾ ਮੇਰੇ ਗੁਆਂਢ, ਉਹਦੇ ਘਰ ਭੰਗੜੇ ਪੈਂਦੇ ਨੇ, ਇਹ ਰਾਗ ਨਾਚ ਉਹਦੇ ਘਰ ਹੈ। ਤੇ ਮਹਾਤਮਾ ਕਹਿੰਦੇ ਮਾਤਾ ਮੇਰਾ ਫੁਰਨਾ ਪੂਰਾ ਹੋ ਗਿਆ, ਮੇਰੇ ਮਨ ਦਾ ਵਹਿਮ ਦੂਰ ਹੋ ਗਿਆ। ਕੀ? ਵੇਸਵਾ ਦੀ ਘਟੀਆ ਕਮਾਈ ਦਾ ਚਾਨਣ ਰੋਟੀ ਤੇ ਪਿਆ ਤੇ ਰੋਟੀ ਭ੍ਰਿਸ਼ਟੀ ਗਈ। ਯਾਦ ਰੱਖਣਾ, ਚੰਗੀ ਕਮਾਈ ਦੀ ਰੋਟੀ ਖਾਓਗੇ ਤੇ ਮਨ ਜੁੜੇਗਾ, ਜੇ ਮਾੜੀ ਕਮਾਈ ਹੋਈ ਤੇ ਮਨ ਨਹੀਂ ਜੇ ਜੁੜਨਾ। ਭਾਈ ਗੁਰਦਾਸ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਦਾ ਪਹਿਲਾ ਕਾਰਨ ਇਹ ਹੈ ਕਿ ਲੋਕਾਂ ਦਾ ਖਾਣ ਪੀਣ ਦਾ ਕੋਈ ਅਸੂਲ ਰਿਹਾ ਹੀ ਨਹੀਂ। ਜੋ ਮਿਲਦਾ ਨਾ ਖਾਧੀ ਜਾਂਦੇ ਨੇ। ਵੀ ਜੇ ਕਿਤੇ ਵੀਰਵਾਰ ਕਬਰ ਤੇ ਮਿੱਠੇ ਚੌਲ ਨੇ ਤੇ ਐਨ ਬਾਟਾ ਲੈ ਕੇ ਜਾਣਗੇ, ਪਤਾ ਨਹੀਂ ਮੁੜ ਕੇ ਮਿੱਠੇ ਚੌਲ ਮਿਲਣੇ ਕਿ ਨਹੀਂ ਮਿਲਣੇ। ਬੜਾ ਮਿਲਦੇ ਨੇ ਮਿੱਠੇ ਚੌਲਾਂ ਨੂੰ, ਕਬਰ ਦੇ ਮਿੱਠੇ ਚੌਲਾਂ ਨੂੰ। ਵੀ ਅੱਜ ਪੀਰ ਦਾ ਫਲਾਣੇ ਦਾ ਟਾਂਗੇ ਸ਼ਾਹ ਪੀਰ ਦਾ ਮੇਲਾ। ਗੁਰਮੁਖੋ ਅਸੀਂ ਟਾਂਗੇ ਸ਼ਾਹ ਦੇ ਘੋੜੇ ਸ਼ਾਹ ਦੇ ਸਿੱਖ ਨਹੀਂ, ਅਸੀਂ ਸਿੱਖ ਹਾਂ ਗੁਰੂ ਨਾਨਕ ਦੇ, ਅਸੀਂ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਦੇ, ਜਿਹਨੇ ਆਖਿਆ ਸੀ 4 ਮੂਏ ਤੂੰ ਕਿਆ ਪਾਇਆ, ਜੀਵਤ ਲੱਖ ਹਜ਼ਾਰ। ਦੂਜਾ ਕਾਰਨ ਕੱਲ ਹੋਈ ਕੁੱਤੇ ਮੂੰਹੀ ਖਾ ਜੁਆ ਮਰਦਾਰ ਕਸਾਈ, ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਜਿਨ੍ਹਾਂ ਦਾ ਕੰਮ ਸੀ ਲੋਕਾਂ ਦੀ ਰੱਖਿਆ ਕਰਨਾ, ਉਹ ਲੋਕਾਂ ਨੂੰ ਖਾਣ ਲੱਗ ਪਏ। ਰਾਜੇ ਦਾ ਅਰਥ ਦਾ ਰੱਜਿਆ ਹੋਇਆ। 1902 ਵਿੱਚ ਇਸ ਗੱਲ ਨੂੰ ਤਕਰੀਬਨ 119 ਸਾਲ ਹੋ ਗਏ ਨੇ। ਦਿੱਲੀ 'ਚ ਇੱਕ ਵਾਰ ਸਰਬ ਧਰਮ ਸੰਮੇਲਨ ਹੋਇਆ ਤੇ ਸਾਡੇ ਸਿੱਖ ਪੰਥ ਵੱਲੋਂ ਬਾਬਾ ਅਤਰ ਸਿੰਘ ਮਸਤੂਵਾਣੇ ਵਾਲੇ ਗਏ। ਅਗਲੇ ਪਾਸੇ ਨਿਸ਼ਾਨਚੀਤ ਸਿੰਘ, ਮਗਰ ਗੁਰੂ ਕੇ 5 ਪਿਆਰੇ ਸਾਹਿਬਾਨ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਵਾਰੀ ਹਾਥੀ ਉੱਪਰ, ਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਸੰਤ ਬਾਬਾ ਅਤਰ ਸਿੰਘ ਚੌਰ ਕਰਨ। ਉਹਨਾਂ ਨੇ ਉਸ ਮੌਕੇ ਇੱਕ ਧਾਰਨਾ ਲਾਈ ਸੀ, ਕਹਿੰਦੇ ਨੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ, ਕੋ ਹਰ ਸਮਾਨ ਨਹੀਂ ਰਾਜਾ। ਜਾਰਜ ਪੰਚਮ ਉਸ ਮੌਕੇ ਹਿੰਦੁਸਤਾਨ ਦਾ ਮੁਖੀਆ ਸੀ ਤੇ ਉਹ ਖਲੋਤਾ ਹੈ। ਉਹਨੇ ਆਪਣੇ ਦੁਪਾਸ਼ੀਏ ਨੂੰ ਆਖਿਆ ਵੀ ਬਾਬਾ ਕੀ ਬੋਲਦਾ ਹੈ? ਉਹ ਕਹਿਣ ਲੱਗਾ ਜਨਾਬ ਇਹ ਕਹਿੰਦਾ ਰੱਬ ਦੇ ਬਰਾਬਰ ਕੋਈ ਰਾਜਾ ਨਹੀਂ। ਜਾਰਜ ਪੰਚਮ ਨੇ ਜਰਾਬਾਂ ਲਾ ਕੇ ਤੇ ਬੂਟ ਲਾ ਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿਰ ਚਰਨਾਂ 'ਚ ਸਿਰ ਰੱਖ ਕੇ ਆਖਿਆ ਪਾਤਸ਼ਾਹ ਤੇਰੇ ਬਚਨ ਸੱਚੇ, ਤੂੰ ਬਿਲਕੁਲ ਦਰੁਸਤ ਆਖਿਆ। ਜਿਹੜੇ ਇਹ ਰਾਜੇ ਨੇ ਨਾ, ਇਹ 4 ਦਿਨ ਦੇ ਰਾਜੇ ਨੇ, ਲੇਕਿਨ ਪ੍ਰਮਾਤਮਾ ਦਾ ਰਾਜ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਇਹਨਾਂ ਝੂਠਿਆਂ ਰਾਜਿਆਂ ਦੇ ਮਗਰ ਨਾ ਲੱਗੋ। ਅਸੀਂ ਰਾਜਿਆਂ ਦੀ ਗੱਲ ਕਰੀਏ ਗੁਰਬਾਣੀ ਦੇ ਮੁਤਾਬਕ,
ਤੇ ਬਾਣੀ 'ਚ ਲਿਖਿਆ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, 12 योजन छत्र चले था देही गिरद न खाई, सर्ब सोइन की लंका होती रावण से अधकाई, कां भयो दर बांधे हाथी खिन में भई पराई। फिर साडे चो कई भोले कहणगे, ज्ञानी जी सौखे जो है माड़ी मोटी चिमचागिरी करनी पैंदी है ना, आ जिहड़े चिमचे ना लीडरां दे, वो कहणगे ज्ञानी जी माड़ी मोटी चिमची खड़काउणी पैंदी, ते मैं कहना दसम पातशाह दी बाणी विचारो। वो कहते माते मतंग जरे जर संग, अनूप अतंग सरंग सवारे, कोड़ तरंग करंग से कूदत पौन के गौन को जात नवारे, भारी भजान के भू भली बिद न्यावत शीस न जात विचारे, एते भय तो कां पै भूपत अंत को नागे ही पै पधारे। कहते नाल उन्हां दी अंग रखक होने वधिया घोड़े वधिया काठियां, ਜਦੋਂ ਦੁਨੀਆ ਤੋਂ ਗਏ ਨੰਗੇ ਪੈਰੀ ਗਏ, ਨੰਗੇ ਪੈਰੀ। ਇਸ ਕਰਕੇ ਗੁਰਦੇਵ ਦੇ ਮੌਕੇ ਦੇ ਰਾਜੇ ਸਨ, ਉਹ ਵੀ ਕਹਿਣ ਲੱਗੇ ਬੇਅਸੂਲੀ ਹੋ ਗਏ। ਉਹਨਾਂ ਦੀ ਡਿਊਟੀ ਸੀ ਲੋਕਾਂ ਦੀ ਰੱਖਿਆ ਕਰਨ ਦੀ, ਪਰ ਉਹ ਲੋਕਾਂ ਗਰੀਬਾਂ ਨੂੰ ਖਾਣ ਲੱਗ ਪਏ। ਇਨਸਾਫ ਕਿਹੋ ਜਿਹਾ ਕਰਦੇ ਸਨ। ਮਹਾਂਪੁਰਸ਼ਾਂ ਨੇ ਸਾਨੂੰ ਇੱਕ ਦ੍ਰਿਸ਼ਟਾਂਤ ਪੜ੍ਹਾਇਆ ਸੀ ਕਿ ਇੱਕ ਵੀਰਾਂ मौलवी ते तेली दा बलद भिड़ पै, ते तेली दे बलद ने मौलवी दे बलद नूं ढुੱਡ मारिया ते बलद मर गया, क्योंकि तेली खल पाउंदा, तगड़ा तो होना सी ना। हुण तेली दे बलद ने मौलवी दे बलद नूं मार दिता, तेली नूं करेड़ियां हुण भी मौलवी ने मैनूं फतवा लाउणा ते दंड पावेगा, ते की करिए। है सी वैसे तेली चलाक। मौलवी साहब के कोल गया तो कहने लगा, मियाँ एक बेनती, कहते आओ प्यारिओ हुक्म करो। कहते जे भला बलदां नाल बलद भिड़ पैण, इहदी की सज़ा। तो मौलवी साहब कहने लगे, भलिया पुरशा किहो जी गल करदा, डंगर नाल डंगर भिड़े, सज़ा काहदी होनी है। तेली ने मन में खुशी मनाई कि मसला सैट हो गया। कहने लगा, जी फिर बेनती है भी गुस्सा ना करिया जी महापुरुषो, मेरे बलद ने ढुੱਡ मारिया, तुहाडे बलद नूं, तुहाडा बलद मर गया है। ते मौलवी ने दूजे पासे घेर कर दिता। वो कहंदा, तेली तेल पिलाया क्यों, तेली बलद पढ़ाया क्यों, खाए पीए करे बस्टंड, बलदा बलद ते 50 रुपये डंड। आ सी इंसाफ। कहंदा भी जे तेली इहनूं तेल ना पिलाउंदा ते बलद ने तगड़े नहीं सी होना, ते तेल पीण करके बलद हो गया मस्टंडा, ते मस्टंडा होने करके उन्हें बलद मेरा मार देता है। ते बलदा बलद मिलेगा, पर जेड़े तेरे बलद ने मेरे बलद की इनसल्ट की ना, 50 रुपये का जुर्माना भी भरते। एक समझाने लई, ये इतिहासक घटना नहीं, एक समझाने वास्ते दृष्टांत घटते हैं विद्वान पुरुष। अगे आ गया काजी होए रिश्वती वड्डी लैके हक गवाई। जेड़े धार्मिक लोग सन वो भी वड्डी खोरे हो गए। जिन्हें बहुते देते वो गुरमुख प्यारा, जिन्हें घट देते वो गुरमुख नहीं। असीं कथा कीर्तन करते तो नाले निगाह रखते भी 500 का नोट कौन रख गया, रखता ही कोई नहीं। ये तो 500 के नोट उदों तो गाउण वाली आए ना, उदों 10 का नोट नहीं लभदा। तुसीं कहना भी ज्ञानी जसवंत सिंह मंजी साहब वाले पता नहीं किहड़े पासे को लास्ट जी, मैं लास्ट की गल नहीं जी कर रहा। जे तुसीं किते पाटे नोट लेने, पाटे नोट भी तुहाडा मन भी पाटे नोट लेने ने, ते जिन्ने रागी ते ज्ञानी होंदे उहदे जो तुहानूं तेजा ऐसा पाटे नोट इत्थों मिलणगे ते बाकी गोल कुछ पढ़ लिया जे। जिहड़ा नहीं ना चलदा वो बाबे दे अगे। ते गुरमुखो सानूं ये सज़ा, ये तां इहो जिहा गुरु जे। एक कौडी दे उपर गुरमुखो एक टके दे सिख दा लोग परलोक स्वाद दिंदा जे इहो जिहा गुरु जे। भाई गुरदास लिखते ने, भावनी भगत अगर कौडी एक भाग रखे, सतगुरु कोट निदान दान देत है। मैं तुहानूं सिख इतिहास विचों एक उदाहरण भी दियां, 2 चेते आ गई मेरे। एक तो गुरु नानक पातशाह दा आपां पुरब मना रहे, इत्थों लवां। मानकेरा शहर है पाकिस्तान च। एक जे मेरे किसी भैन भरा ने साखी खुद पढ़नी होवे ना, तो तुहानूं लभण लई सौखा दस दियां। ये कढ़िया जे होलां वाली साखी,
ਅੱਗੇ ਤੁਹਾਨੂੰ ਸਾਰਾ ਮੇਰਾ ਮਿਲ ਜਾਏਗਾ। ਹੋਲਾਂ ਵਾਲੀ ਸਾਖੀ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਉੱਥੇ ਗਏ। ਇੱਕ ਖੇਤਾਂ ਦਾ ਰਾਖਾ ਗਰੀਬ ਸਾਡੇ ਵਰਗਾ, ਉਹ ਛੋਲਿਆਂ ਦੇ ਖੇਤ ਦੀ ਰਾਖੀ ਕਰਦਾ, ਕਿਸੇ ਜ਼ਿਮੀਂਦਾਰ ਦੇ ਖੇਤ ਦੀ। ਤੇ ਗੁਰੂ ਬਾਬਾ ਉਹਦੀ ਜਾ ਕੇ ਵੱਟ ਤੇ ਬਹਿ ਗਏ ਤੇ ਉਹਨੇ ਆਖਿਆ ਵੀ ਮਹਾਂਪੁਰਸ਼ ਆਏ ਨੇ, ਤੇ ਉਹਨੇ ਘਾਹ ਝਾੜ ਕੇ ਨਾ ਗੁਰੂ ਨਾਨਕ ਪਾਤਸ਼ਾਹ ਨੂੰ ਵਿਛਾ ਦਿੱਤਾ। ਮੁੜ ਕੇ ਉਹਨੇ ਵਿਚਾਰੇ ਸੋਚਿਆ ਵੀ ਹੁਣ ਕੋ ਖਵਾ, ਜੋ ਗਰੀਬ ਦੇ ਕੋਲ ਸੀ ਉਹਨੇ ਕੀਤਾ ਵੀ ਹੋਲਾਂ ਭੁੰਨੀਆਂ, ਗੁਰੂ ਨਾਨਕ ਪਾਤਸ਼ਾਹ ਨੂੰ ਛਕਾਈਆਂ। ਤੇ ਸ਼ਾਮ ਪਈ, ਮਨ ਵਿੱਚ ਵਿਚਾਰ ਕੀਤੀ ਵੀ ਇਹਨਾਂ ਵਾਸਤੇ ਨਾਲੇ ਘਰੋਂ ਮੈਂ 2-4 ਫੁਲਕੇ ਲੈਵਾਂ ਤੇ ਨਾਲੇ ਇਹਨਾਂ ਦੇ ਸੌਣ ਵਾਸਤੇ ਕੋਈ ਦਰੀ ਤੇ ਖੇਸ ਲੈਵਾਂ ਘਰੋਂ। ਜਦੋਂ ਤੁਰਨ ਲੱਗਾ ਨਾ, ਮੈਂ ਬੇਨਤੀ ਕਰ ਰਿਹਾ ਵੀ ਗੁਰੂ ਨਾਨਕ ਦਾ ਘਰ ਜਿਹੜਾ ਨਾ, ਇਹ ਤਾਂ ਕੌਡੀ ਤੇ ਪਾਤਸ਼ਾਹ ਬਣਾਦਾ, ਕੌਡੀ ਤੇ ਆਪਾਂ ਦਿੰਦੇ ਨਹੀਂ, ਭੇਟ ਨਹੀਂ ਕਰਦੇ। ਜਦੋਂ ਉਹ ਤੁਰਨ ਲੱਗਾ ਨਾ, ਤੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਕਹੇ ਜੋ ਜਨਮ ਸਾਖੀ ਤੁਸੀਂ ਪੜ੍ਹ ਸਕਦੇ ਹੋ। ਕਹਿੰਦੇ ਪੁੱਤਰਾ, ਸੱਥਰ ਤੇਰਾ ਲੇਫ ਲਿਆਲੀ, ਭਾਉ ਤੇਰਾ ਭਗਵਾਨ, ਨਾਨਕ ਸਿਫਤੀ ਰਜਿਆ, ਆਓ ਬੈਠ ਸੁਲਤਾਨ। ਪੁੱਤਰਾ, ਜਿਹੜਾ ਤੂੰ ਸਾਨੂੰ ਘਾਹ ਝਾੜ ਕੇ ਥੱਲੇ ਵਿਛਾਇਆ ਨਾ, ਇਹ ਲਿਆਲੀਆਂ ਨੇ, ਇਹ ਲੇਫ ਹੀ। ਜਿਹੜਾ ਤੂੰ ਸਾਨੂੰ ਪ੍ਰੇਮ ਨਾਲ ਹੋਲਾਂ ਖਵਾਈਆਂ ਨੇ, ਇਹ 36 ਪ੍ਰਕਾਰ ਦਾ ਭਗਵਾਨ ਹੈ। ਤੂੰ ਤਾਂ ਰਾਜਾ ਪੁੱਤਰ ਹੈ, ਬਹਿ ਜਾ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਗਰੀਬ ਨੂੰ ਆਖਿਆ ਰਾਜਾ ਪੁੱਤਰ ਬਹਿ ਜਾ, ਤੇ ਭਾਈ ਮਰਦਾਨਾ ਜੀ ਵਿਚਾਰ ਚ ਆ ਕੇ ਕਹਿਣ ਲੱਗੇ ਵੀ ਗਰੀਬ ਲੜਕਾ ਰਾਜਾ ਕਿੱਥੋਂ ਹੋ ਗਿਆ। ਗੁਰੂ ਦਿਲਾਂ ਦੀਆਂ ਜਾਣਦਾ, ਕਹਿਣ ਲੱਗੇ ਮਰਦਾਨਿਆਂ ਕਾੜਾ ਨਾ ਪਾਓ, ਰੱਬ ਦੇ ਰੰਗ ਵੇਖ। ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਅਸੀਂ ਕਥਾ ਪੜ੍ਹਦੇ ਹਾਂ ਨਾ, ਤੇ ਉੱਥੇ ਵਾਰ-ਵਾਰ ਇੱਕ ਜ਼ਿਕਰ ਆਉਂਦਾ, ਦੇਖ ਭਾਈ ਮਰਦਾਨਿਆਂ ਕਰਤਾਰ ਦੇ ਰੰਗ ਤਮਾਸ਼ੇ। ਇਹ ਬੜਾ ਮਿਲਦਾ, ਮਰਦਾਨਿਆਂ ਦੇਖ ਭਾਈ ਕਰਤਾਰ ਦੇ ਰੰਗ ਤਮਾਸ਼ੇ। ਉਹਨੂੰ ਬਿਠਾ ਲਿਆ। ਉਸ ਨਗਰ ਦੇ ਰਾਜੇ ਦੀ ਮੌਤ ਹੋ ਗਈ। ਵਜ਼ੀਰਾਂ ਨੇ ਰਾਏ ਕੀਤੀ ਵੀ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਇਸ ਦਰਵਾਜ਼ੇ ਤੇ ਆ ਜਾਏਗਾ ਨਾ, ਉਹਨੂੰ ਆਪਾਂ ਰਾਜਾ ਮੰਨ ਲੈਣਾ। ਜਦੋਂ ਦਿਨ ਦਾ ਚੜਾਇਆ ਤੇ ਬਾਬਾ ਨਾਨਕ ਕਹਿਣ ਲੱਗਾ ਪੁੱਤਰਾ ਜਾ ਘਰ ਨੂੰ ਚਲਾ ਜਾ। ਜਦੋਂ ਉਸ ਦਰਵਾਜ਼ੇ ਤੇ ਪਹੁੰਚਿਆ ਨਾ, ਉਹਨਾਂ ਵਜ਼ੀਰਾਂ ਨੇ ਉਹਨੂੰ ਰਾਜਾ ਤਸਲੀਮ ਕਰ ਲਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚੱਲ ਭਾਈ ਮਰਦਾਨਿਆਂ ਤੂੰ ਰਾਜੇ ਨੂੰ ਮਿਲਾਈਏ। ਜਿਹੜਾ ਕੱਲ ਗੁਰੂ ਨਾਨਕ ਪਾਤਸ਼ਾਹ ਨੂੰ ਹੋਲਾਂ ਭੇਟ ਕਰਦਾ ਸੀ ਗੁਰਮੁਖ, ਉਹ ਮਾਨ ਕੇਰੇ ਸ਼ਹਿਰ ਦਾ ਰਾਜਾ ਬਣਿਆ। ਇਹ ਜੇ ਗੁਰੂ ਨਾਨਕ ਦੇ ਦਰ ਦੀ ਕਰਾਮਾਤ, ਹੋਲਾਂ ਖਾਉਣ ਦੇ ਨਾਲ ਹੀ ਰਾਜਾ ਬਣ ਗਿਆ। ਦੂਜੀ ਇਹਨੂੰ ਕਲੀਅਰ ਕਰ ਲਈ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਇਤਿਹਾਸ ਵਿੱਚ ਮੈਂ ਸਾਖੀ ਲਵਾਂ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਦੋਂ ਆਗਰੇ ਗਏ ਨੇ ਨਾ, ਤੇ ਜਹਾਂਗੀਰ ਨੇ ਆਖਿਆ ਵੀ ਪਾਤਸ਼ਾਹ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ। ਧਿਆਨ ਦਿਆ ਜੇ ਆਪਾਂ ਸਿੱਖਾਂ, ਜਦੋਂ ਆਪਾਂ ਗੁਰੂ ਸਾਹਿਬਾਨਾਂ ਦੇ ਬਾਰੇ ਗੱਲ ਕਰਦੇ ਆਪਾਂ ਕਹਿੰਦੇ ਆ ਤੀਸਰੇ ਪਾਤਸ਼ਾਹ, ਪੰਜਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਦੂਸਰੇ ਪਾਤਸ਼ਾਹ। ਗੁਰੂ ਸਾਹਿਬਾਨਾਂ ਦੇ ਨਾਲ ਆਪਾਂ ਪਾਤਸ਼ਾਹ ਕਹਿੰਦੇ, ਤੇ ਜਿਹੜੇ ਬਾਕੀ ਨੇ ਅਕਬਰ, ਜਹਾਂਗੀਰ, ਸ਼ਾਹਜਹਾਨ, ਉਹਨੂੰ ਕਹਿੰਦੇ ਬਾਦਸ਼ਾਹ। ਫਰਕ ਕੀ ਹੈ? ਬਾਦਸ਼ਾਹ ਦਾ ਭਾਵ ਦਾ ਬਾਦ ਕਹਿੰਦੇ ਲੜਾਈ ਨੂੰ, ਝਗੜੇ ਨੂੰ। ਜਿਹੜੇ ਜ਼ਿੰਦਗੀ ਪਰਜੰਤ ਝਗੜਿਆਂ 'ਚ ਉਲਝੇ ਰਹਿਣ ਉਹਨੂੰ ਕਹਿੰਦੇ ਬਾਦਸ਼ਾਹ, ਤੇ ਜਿਹਦੇ ਕੋਲ ਆਉਣ ਨਾਲ ਬੰਦੇ ਦੀ ਪੱਤ ਬਣ ਜਾਏ ਉਹਨੂੰ ਕਹਿੰਦੇ ਨੇ ਪਾਤਸ਼ਾਹ। ਇਹ ਪੱਤ ਦਿੰਦਾ, ਪੱਤ ਕਹਿੰਦੇ ਨੇ ਇੱਜ਼ਤ ਨੂੰ। ਜਿਹੜਾ ਗੁਰੂ ਹੈ ਨਾ, ਇਹਨੂੰ ਅਸੀਂ ਪਾਤਸ਼ਾਹ ਤਾਂ ਕਹਿੰਦੇ ਵੀ ਇਹ ਗਰੀਬਾਂ ਨੂੰ ਪੱਤ ਦਿੰਦਾ ਹੈ। ਤੇ ਬਾਦਸ਼ਾਹ ਤੋਂ ਤਾਂ ਪਾਸੇ ਜਾਣੇ ਕਿਉਂਕਿ ਉਹਨਾਂ ਦਾ ਕੰਮ ਝਗੜਿਆਂ ਨਾਲ, ਉਹ ਝਗੜਦੇ ਰਹਿੰਦੇ ਨੇ। ਜਦੋਂ ਆਖਿਆ ਨਾ ਕਿ ਤੁਹਾਨੂੰ ਪਾਤਸ਼ਾਹ ਕਹਿੰਦੇ ਗੁਰਮੁਖਾ, ਉਹਨਾਂ ਨੂੰ ਪੁੱਛੜੇ ਕਹਿੰਦੇ ਨੇ ਢੋਲ ਟੁੱਕਾ। ਇਹ ਗਰੀਬ ਸਿੱਖ ਉੱਥੇ ਲਿਖਿਆ ਕਾਈ ਸਿੱਖ ਦੀ ਸਾਖੀ, ਕਈ ਥਾਵਾਂ ਤੇ ਲਿਖਿਆ ਸੱਚੇ ਪਾਤਸ਼ਾਹ ਦੀ ਸਾਖੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਗਏ ਤੇ ਉਹਨੂੰ ਚਾਅ ਚੜ ਗਿਆ। ਆਪਣੀ ਧਰਮ ਪਤਨੀ ਨੂੰ ਕਹਿਣ ਲੱਗਾ ਭਾਗਾਂ ਵਾਲੀਏ, ਗੁਰੂ ਨੇ ਤਰਸ ਕੀਤਾ, ਅਸੀਂ ਤਾਂ ਸਾਥੋਂ ਅੰਮ੍ਰਿਤਸਰ ਨਹੀਂ ਸੀ ਜਾਇਆ ਜਾਣਾ। ਉਹਨਾਂ ਸਾਡੇ ਤੇ ਕਰਮ ਕੀਤਾ, ਆਪਣੇ ਨਗਰ ਚ ਆਏ ਤੇ ਆਪਾਂ ਆਪਣਾ ਲੋਕ ਪਲੋਕ ਸਵਾਰ ਲਈਏ। ਕਾਈ ਸਿੱਖ ਸੀ। ਅੱਗੇ ਨਾਲੋਂ ਪਹਿਲਾਂ ਉੱਠਿਆ, ਉਹਨੇ ਘਾਹ ਦੀਆਂ 2 ਪੰਡਾਂ ਖੋਦੀਆਂ ਗੁਰਮੁਖ ਨੇ। ਦੋਵੇਂ ਪੰਡਾਂ ਉਹਨੇ 2 ਟਕਿਆਂ ਦੀਆਂ ਵੇਚੀਆਂ ਤੇ 1 ਟਕਾ
ਆਪਣੀ ਘਰਵਾਲੀ ਧਰਮ ਪਤਨੀ ਨੂੰ ਦੇਖ ਕਹਿਣ ਲੱਗਾ, ਭਾਗਾਂ ਵਾਲੀਏ ਇਹ ਰੋਟੀ ਦਾ ਆਰ ਪਾਰ ਕਰ ਬੱਚਿਆਂ ਦਾ। ਇੱਕ ਟਕਾ ਉਹਨੇ ਲੈ ਲਿਆ, ਉਹਨੂੰ ਪਛਾਣ ਨਹੀਂ। ਜਹਾਂਗੀਰ ਦੇ ਤੰਬੂ 'ਚ ਪਹੁੰਚ ਕੇ ਤੇ ਉਹਨੂੰ ਟਕਾ ਮੱਥਾ ਟੇਕਣ ਲੱਗਾ, ਜੀ ਮੇਰੇ ਤੇ ਕਿਰਪਾ ਕਰ। ਜਹਾਂਗੀਰ ਹੈਰਾਨ ਹੋ ਗਿਆ ਵੀ ਕਿਹੋ ਜਿਹਾ ਬੰਦਾ ਹੈ, ਕਿਰਪਾ ਕਰ। ਪਾਟੇ ਦੇ ਕੱਪੜੇ ਨੇ, ਲਿਬੜਿਆ ਤਿਬੜਿਆ, ਚੰਗਾ ਰਹਿ ਗਿਆ ਜਹਾਂਗੀਰ ਉੱਥੇ। ਕਹਿਣ ਲੱਗਾ, ਮਿੱਤਰਾ ਜਿਹੜੀ ਤੂੰ ਗੱਲ ਕਹੀ ਨਾ, ਕਿਰਪਾ ਮੇਰੇ ਕੋਲੇ ਨਹੀਂ ਹੂੰ। ਤੂੰ ਚਾਹੁੰਦਾ ਕੀ? ਕਹਿੰਦਾ ਜੀ ਮੇਰਾ ਲੋਕ ਪਲੋਕ ਸਫਲਾ ਕਰ ਦੇ। ਜਹਾਂਗੀਰ ਕਹਿਣ ਲੱਗਾ, ਲੋਕ ਪਲੋਕ ਦੀ ਗੱਲ ਇੱਥੇ ਹੈ ਨਹੀਂ। ਇਤਿਹਾਸ ਕਹਿੰਦਾ ਕਿ ਸਿੱਖ ਨੇ ਬਾਦਸ਼ਾਹ ਦੇ ਅੱਗੋਂ ਟਕਾ ਚੁੱਕ ਲਿਆ। ਬਾਦਸ਼ਾਹ ਨੂੰ ਤਰਸ ਆਇਆ ਵੀ ਗਰੀਬ ਆਦਮੀ ਚਲੋ ਮੇਰੇ ਕੋਲ ਆਇਆ, ਤੇ ਕਹਿਣ ਲੱਗਾ ਮੈਂ ਤੈਨੂੰ 2 ਪਿੰਡ ਜਗੀਰ ਦੇ ਦੇਣਾ। ਕਹਿਣ ਲੱਗਾ ਮੈਂ ਗੁਰੂ ਨੂੰ ਛੱਡ ਕੇ ਮੰਗਤਿਆਂ ਦਾ ਮੰਗਤਾ ਨਹੀਂ। ਆਪਾਂ ਤਾਂ ਜਿੱਥੇ ਵੀ ਗਏ ਤੇ ਹੱਥਾਂ ਤੇ ਮੱਥਾ ਟੇਕੀ ਜਾਂਦੇ ਆ ਨਾ। ਹਿੰਦੁਸਤਾਨ ਦੇ ਬਾਦਸ਼ਾਹ ਦੇ ਅੱਗੋਂ ਕਿਰਤੀ ਗਰੀਬ ਸਿੱਖ ਨੇ ਟਕਾ ਚੁੱਕ ਲਿਆ। ਭਾਈ ਗੁਰਦਾਸ ਵੀ ਵਾਰਾਂ ਲਿਖਦੇ ਨੇ, ਕਹਿੰਦੇ 4 ਪਦਾਰਥ ਆਖੀਏ ਨਾ ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਗੁਰੂ ਕੀ ਬਾਣੀ 4 ਪਦਾਰਥਾਂ ਦਾ ਬਹੁਤ ਜ਼ਿਕਰ ਆਉਂਦਾ ਹੈ, ਧਰਮ, ਅਰਥ, ਕਾਮ ਤੇ ਮੋਹ। ਜਿਹੜਾ ਅਰਥ ਤੇ ਕਾਮ ਇਸ ਸੰਸਾਰਿਕ ਨੇ, ਤੇ ਮੋਹ ਤੇ ਧਰਮ ਇਹ ਪਰਲੋਕ ਵਾਸਤੇ ਨੇ। ਇਹ ਗੁਰੂ ਦੇਂਦਾ, ਪਰ ਸਿੱਖ ਕਹਿੰਦਾ ਜੀ ਮੈਨੂੰ ਪਦਾਰਥ ਨਹੀਂ ਚਾਹੀਦੇ, ਮੈਨੂੰ ਤੂੰ ਚਾਹੀਦਾ। ਕਿਉਂਕਿ ਮੈਂ ਸੁਣਿਆ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ ਗੁਰ ਬਣ ਧਨਰਿਆ ਕੀਤਿਆ, ਨਾਨਕ ਮਨੁੱਖ। ਇੱਕ ਮੈਂ ਗੱਲ ਹਰ ਥਾਂ ਤੇ ਕਹਿਣਾ, ਤੁਹਾਨੂੰ ਵੀ ਬੇਨਤੀ ਕਰ ਜਾਂ ਡਿਊਟੀ ਮੁਤਾਬਕ, ਜਦੋਂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਉਂਦੇ ਹੋ ਨਾ, ਮੱਥਾ ਲਾ ਕੇ ਥੱਲੇ ਇਹ ਮਨ 'ਚ ਪੜਿਆ ਕਰੋ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਮਾਲਕਾ ਮੈਂ ਬੜੇ ਥਾਵਾਂ ਦੇ ਧੱਕੇ ਖਾਦੇ, ਹੁਣ ਤੇਰਾ ਦਰ ਫੜ ਲਿਆ ਤੇ ਕਿਰਪਾ ਕਰੀ ਮੇਰੀ ਬਾਹ ਫੜ ਲਈ, ਮੈਨੂੰ ਛੱਡੀ ਨਾ। ਇਹ ਗੁਰੂ ਨੂੰ ਆਖਿਆ ਕਰੀਏ। ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਮੈਂ ਤੇਰਾ ਬਣ ਗਿਆ, ਮੇਰੀ ਬਾਹ ਫੜੀ ਦੀ ਲਾਜ ਰੱਖੀ ਮੇਰੇ ਮਾਲਕਾ, ਬਾਹ ਘੁੱਟ ਕੇ ਫੜਨੀ। ਤੇ ਨਾਲ ਇੱਕ ਹੋਰ ਪੜਿਆ ਕਰੋ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ। ਮੈਂ ਤੈਨੂੰ ਅਨੇਕਾਂ ਵੇਰਾ ਮੱਥਾ ਟੇਕਦਾ, ਪਰ ਮਨ ਚੰਦਰੇ ਦਾ ਕੋਈ ਅਤਬਾਰ ਨਹੀਂ। ਇਹ ਘੜੀ ਨੂੰ ਜਾ ਕੇ ਫਾਟ ਬਾਹਰ ਫਿਰ ਮੁੱਕਰ ਜਾਏ, ਫਿਰ ਜਾਏ, ਮੇਰੇ ਤੇ ਮਿਹਰ ਕਰੀ, ਮੇਰਾ ਮਨ ਡੋਲੇ ਨਾ। ਇਹ ਸੰਤ ਬਾਬਾ ਅਤਰ ਸਿੰਘ ਬਸਤੂ ਆਣੇਵਾਲਾਂ ਦਾ ਮੈਂ ਜ਼ਿਕਰ ਕੀਤਾ ਨਾ, ਮਹਾਂਪੁਰਸ਼ਾਂ ਦਾ, ਉਹ ਇੱਕ ਧਾਰਨਾ ਲਾਉਂਦੇ ਹੁੰਦੇ ਸਨ, ਮੈਨੂੰ ਕਿਰਪਾ ਕਰਕੇ ਰੱਖ ਲਈ ਜਦੋਂ ਮੈਂ ਡੋਲਾਂ, ਜਦੋਂ ਮੈਂ ਡੋਲਾਂ। ਨਾਲੇ ਉਹਨਾਂ ਨੇ ਸ਼ਬਦ ਪੜ੍ਹਨਾ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਤੇ ਨਾਲ ਉਹਨਾਂ ਨੇ ਆਮ ਬੋਲੀ 'ਚ ਧਾਰਨਾ ਲਾਉਣੀ, ਮੈਨੂੰ ਕਿਰਪਾ ਕਰਕੇ ਰੱਖ ਲਈ ਜਦੋਂ ਮੈਂ ਡੋਲਾਂ, ਜਦੋਂ ਮੈਂ ਡੋਲਾਂ। ਟਕਾ ਉਹਨੇ ਬਾਦਸ਼ਾਹ ਦੇ ਅੱਗੋਂ ਚੱਕ ਲਿਆ, ਚਲਾ ਗਿਆ ਤੰਬੂ 'ਚ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਟਕਾ ਮੱਥਾ ਟੇਕਿਆ। ਤੇ ਮੇਰੇ ਗੁਰਦੇਵ ਕਹਿੰਦੇ, ਨਿਹਾਲ ਨਿਹਾਲ ਨਿਹਾਲ। ਜਦੋਂ ਇਹ ਗੱਲ ਕਹੀ ਨਾ, ਤੇ ਜਹਾਂਗੀਰ ਵੀ ਧਰਮ ਕਰਕੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ, ਜੀ ਮੈਨੂੰ ਅੱਜ ਪਤਾ ਲੱਗਾ ਤੈਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਨੇ, ਅੱਗੇ ਨਹੀਂ ਸੀ ਮੈਨੂੰ ਪਤਾ, ਪਰ ਅੱਜ ਲੱਗ ਗਿਆ। ਤੂੰ ਇੱਕ ਟਕੇ ਤੇ ਸਿੱਖ ਦਾ ਲੋਕ ਪਲੋਕ ਸਵਾਰ ਦੇਣਾ ਹੈ। ਇਸ ਕਰਕੇ ਗੁਰਮੁਖੋ, ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਸ ਗੁਰੂ ਤੋਂ ਸਦਕੇ ਜਾਓ, ਜਿਹਨੂੰ ਕੋਈ ਪਕੜ ਨਹੀਂ ਤੇ ਸਾਨੂੰ ਸੰਸਾਰ ਤੋਂ ਤਾਰ ਦੇਗਾ। ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਅਗਲੀ ਪੰਕਤੀ ਹੈ, ਇਸਤਰੀ ਪੁਰਖੇ ਦਾਮ ਹਿਤ, ਭਾਵੇਂ ਆਏ ਕਦਾਊ ਜਾਈ। ਇਹ ਅੱਜ ਕੱਲ੍ਹ ਸਾਡੇ ਘਰਾਂ ਦੀ ਹਾਲਤ ਹੈ। ਇਹਦਾ ਅਰਥ ਹੈ, ਭਾਵੇਂ ਕੋਈ ਜਨਾਨੀ ਤੇ ਭਾਵੇਂ ਕੋਈ ਬੰਦਾ,
ਉਹਨਾਂ ਨੂੰ ਪੈਸਿਆਂ ਦੇ ਨਾਲ ਮਤਲਬ ਹੈ। ਇਹ ਨਹੀਂ ਪਤਾ ਵੀ ਮੇਰੀ ਘਰ ਵਾਲੀ ਕਿਹਦੇ ਕੋਲ ਗਈ ਤੇ ਕਿੱਥੇ ਗਈ, ਕੋਈ ਨਹੀਂ ਪੁੱਛਦਾ। ਆਦਮੀ ਕਿੱਥੇ ਗਿਆ ਤੇ ਕਿਹਦੇ ਕੋਲ ਆਇਆ, ਕੋਈ ਨਹੀਂ ਪੁੱਛਦੀ। ਕੇਵਲ ਤੇ ਕੇਵਲ ਪੈਸਿਆਂ ਦੇ ਨਾਲ ਮੋਹ ਹੈ। ਇਸਤਰੀ ਪੁਰਖੇ, ਮੈਂ ਪੰਕਤੀ ਫਿਰ ਰਿਪੀਟ ਕਰਾਂ, ਇਸਤਰੀ ਪੁਰਖੇ ਭਾਵੇਂ ਔਰਤ ਹੈ ਤੇ ਭਾਵੇਂ ਮਰਦ ਹੈ, ਦਾਮ ਹਿੱਤ ਪੈਸਿਆਂ ਨਾਲ ਪ੍ਰੇਮ ਹੈ। ਭਾਵੇਂ ਆਏ ਕਦਾਊ ਜਾਈ, ਜਿੱਥੇ ਮਰਜੀ ਤੁਰੇ ਫਿਰਨ, ਕੋਈ ਪੁੱਛਦਾ ਨਹੀਂ। ਵਰਤਿਆ ਪਾਪ ਸਭ ਜਗ ਮਾਈ। ਇਹ ਸਾਰੀ ਦੁਨੀਆ ਦੇ ਪਾਪ ਫੈਲਣ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਆਉਣਾ ਪਿਆ। ਆਪ ਨਰੈਣ ਕਲਾ ਧਾਰ, ਜਗ ਮੈਂ ਪਰਵਰਿਓ। ਮੇਰੇ ਪਾਤਸ਼ਾਹ ਦਾ ਅਵਤਾਰ ਹੋਇਆ। ਸਾਰਿਆਂ ਤੋਂ ਪਹਿਲੀ ਭਾਗਾਂ ਵਾਲੀ ਹੈ ਬੀਬੀ ਦੌਲਤਾਂ ਦਾਈ। ਮੇਰੀਆਂ ਧੀਆਂ ਭੈਣਾਂ, ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਨ। ਇਹ ਗੁਰੂ ਨਾਨਕ ਪਾਤਸ਼ਾਹ ਹੈ ਜਿਨ੍ਹਾਂ ਨੇ ਸਭ ਤੋਂ ਵੱਧ ਕਿਰਪਾ ਬੀਬੀਆਂ ਤੇ ਕੀਤੀ। ਕਿਸੇ ਪੈਗੰਬਰ ਨੇ, ਕਿਸੇ ਮਹਾਂਪੁਰਸ਼ ਨੇ ਇੰਨੀ ਕਿਰਪਾ ਨਹੀਂ ਜੇ ਕੀਤੀ ਜਿੰਨੀ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ। ਉਹਨਾਂ ਤਾਂ ਕਲੀਅਰ ਕੱਟ ਆਖਿਆ, ਸੋ ਕੋ ਮੰਦਾ ਆਖੀਏ ਜਿਤ ਜੰਮੇ ਰੁਝਾਨ। ਕਹਿੰਦੇ ਤੁਸੀਂ ਇਸਤਰੀ ਨੂੰ ਮਾੜੀ ਕਹਿੰਦੇ ਜੀ, ਇਸਤਰੀ ਨਾਮ ਦੀ ਸੰਤ ਕਿੱਥੋਂ ਜੰਮਦਾ, ਭਗਤ ਕਿੱਥੋਂ ਪੈਦਾ ਹੁੰਦੇ, ਦਾਤੇ ਕਿੱਥੋਂ ਆਉਂਦੇ। ਇਸ ਕਰਕੇ ਔਰਤ ਨੂੰ ਮਾੜਾ ਨਾ ਕਹੋ। ਜਦ ਕਿ ਤੁਲਸੀ ਦਾਸ ਨੇ ਰਾਮ ਚਰਿਤ੍ਰ ਮਾਨਸ ਵਿੱਚ ਲਿਖਿਆ, ਉਹ ਕਹਿੰਦਾ ਪਸ਼ੂ ਗਵਾਰ ਸੂਦਰ ਅਰ ਨਾਰੀ, ਚਾਰੋ ਤਾਰਨ ਕੇ ਅਧਿਕਾਰੀ। ਤੁਲਸੀ ਦਾਸ ਨੇ ਔਰਤ ਦੀ ਤੁਲਨਾ ਪਸ਼ੂ ਨਾਲ ਕੀਤੀ। ਜੇ ਪਸ਼ੂ ਨਾਲ, ਇੱਕ ਪਸ਼ੂ ਗਵਾਰ ਬਸਮਝ, ਇੱਕ ਨੀਵੀਂ ਜਾਤੀ ਵਾਲਾ, ਤੇ ਚੌਥਾ ਇਸਤਰੀ ਕਹਿੰਦਾ ਇਹਨਾਂ ਨਾਲ ਪ੍ਰੇਮ ਨਾ ਕਰੋ, ਇਹਨਾਂ ਨੂੰ ਤਾੜ ਕੇ ਰੱਖੋ। ਪਸ਼ੂ ਗਵਾਰ ਸੂਦਰ ਅਰ ਨਾਰੀ, ਚਾਰੂ ਤਾਰਨ ਕੇ ਅਧਿਕਾਰੀ। ਇਹ ਗੁਰੂ ਨਾਨਕ ਹੈ ਜਿਹਨੇ ਸਭ ਤੋਂ ਪਹਿਲਾਂ ਕਿਰਪਾ ਔਰਤ ਜਾਤੀ ਤੇ ਕੀਤੀ। ਮਹਾਰਾਜ ਦਾ ਅਵਤਾਰ ਅੱਧੀ ਰਾਤ ਤੋਂ ਕੁਝ ਸਮਾਂ ਬਾਅਦ ਹੋਇਆ। ਦੌਲਤਾਂ ਦਾਈ ਨੇ ਗੁਰੂ ਕੇ ਦਰਸ਼ਨ ਕੀਤੇ। ਜਿਹੜੀ ਦਾਈ ਸੀ ਨਾ, ਉਹਦਾ ਨਾਂ ਲਿਖਿਆ ਦੌਲਤਾਂ ਦਾਈ। ਉਹ ਜਿਹੜੇ ਆਪਣੇ ਭਾਈ ਰਤਨ ਸਿੰਘ ਭੰਗੂ ਹੋਏ ਨੇ, ਬਾਬੇ ਮਹਿਤਾਬ ਸਿੰਘ ਦੇ ਪੁੱਤਰੇ, ਉਹਨਾਂ ਗ੍ਰੰਥ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼। ਉਸ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਜਦੋਂ ਉਹ ਬੀਬੀ ਦੌਲਤਾਂ ਔਲ ਦੱਬਣ ਲਈ ਗਈ ਨਾ, ਉਹਨੂੰ ਇੰਨਾ ਕੁਝ ਮਿਲਿਆ ਵੀ ਉਹਨੂੰ ਮੁੜ ਕੇ ਦੁਨੀਆ ਜ਼ਿੰਦਗੀ 'ਚ ਕਿਸੇ ਦੇ ਹੱਥ ਅੱਗੇ ਅੱਡਣ ਦੀ ਲੋੜ ਹੀ ਨਹੀਂ ਰਹੀ। ਵਿਹੜੇ ਦੇ ਵਿੱਚ ਬਾਬਾ ਕਲਿਆਣ ਰਾਏ ਮੰਜੀ ਤੇ ਲੰਮੇ ਪਏ ਇੰਤਜ਼ਾਰ ਕਰਦੇ ਨੇ ਕਿ ਮੈਨੂੰ ਕਮਰੇ 'ਚੋਂ ਅੰਦਰੋਂ ਕੋਈ ਚੰਗੀ ਖਬਰ ਆਵੇ। ਦੌਲਤਾਂ ਆਈ ਤੇ ਉਹਨੇ ਆਖਿਆ ਮੇਰੀ ਤਾਂ ਵਧਾਈ ਹੋਵੇ। ਜਦੋਂ ਆਪਾਂ ਚੰਗੀ ਖਬਰ ਦੀ ਤੇ ਆਪਾਂ ਕਹਿੰਦੇ ਵੀ ਗੁਰਮੁਖਾ ਤੇਰਾ ਮੂੰਹ ਨਾ ਮਿੱਠਾ ਕਰਾਈਏ। ਇਹ ਅੱਜ ਵੀ ਆਪਣੇ ਚੱਲਦਾ, ਚੰਗੀ ਗੱਲ ਆਪਾਂ ਨੂੰ ਕਵੇ ਤੇ ਕਹਿੰਦੇ ਆ ਗੁਰਮੁਖਾ ਤੇਰਾ ਮੂੰਹ ਮਿੱਠਾ ਕਰਾਈਏ। ਜਦੋਂ ਦੌਲਤਾਂ ਨੇ ਆਖਿਆ ਨਾ ਮੇਰੀ ਤਾਂ ਵਧਾਈ ਹੋਵੇ, ਵਧਾਈ ਹੋਵੇ, ਤੇ ਬਾਬੇ ਕਲਿਆਣ ਰਾਏ ਨੇ ਜੇਬ ਵਿੱਚ ਹੱਥ ਪਾਇਆ ਤੇ ਕਹਿਣ ਲੱਗੇ ਬੀਬੀ ਦੌਲਤਾਂ ਲਾਗੇ ਹੋ, ਮੈਂ ਤੈਨੂੰ ਕੁਝ ਨਾ ਕੁਝ ਦਿਆਂ, ਤੂੰ ਚੰਗੀ ਖਬਰ ਦਿੱਤੀ ਹੈ। ਤੇ ਦੌਲਤਾਂ ਕਹਿਣ ਲੱਗੇ ਬਈ ਤਾਂ ਮੈਂ ਤੈਨੂੰ ਕੀ ਦੱਸਾਂ, ਮੇਰੇ ਹੱਥਾਂ 'ਚ ਸੈਂਕੜੇ ਬੱਚੇ ਆਏ ਪਰ ਰੋਂਦੇ ਆਏ। ਜਿਹੜਾ ਤੇਰੇ ਘਰ ਅੱਜ ਪੁੱਤ ਆਇਆ ਨਾ, ਇਹ ਮੈਨੂੰ ਹੱਸ ਕੇ ਮਿਲਿਆ ਤੇ ਸੱਚ ਜਾਣੀ ਮੈਨੂੰ ਕੋਈ ਦੁੱਖ ਰਿਹਾ ਹੀ ਕੋਈ ਨਹੀਂ। ਇਹਨੇ ਤਾਂ ਮੈਨੂੰ ਇਹਦੇ ਵੇਖਣ ਦੇ ਨਾਲ ਮੇਰੇ ਦੁੱਖ ਚੱਕੇ ਗਏ ਨੇ। ਦੌਲਤਾਂ ਦਾਈ ਕਹਿੰਦੀ ਹੈ ਮਹਿਤਾ ਮੇਰੇ ਹੱਥਾਂ 'ਚ ਪਤਾ ਨਹੀਂ ਕਿੰਨੇ ਬੱਚਿਆਂ ਦਾ ਜਨਮ ਹੋਇਆ, ਰੋਂਦੇ ਆਏ ਨੇ, ਇੱਕ ਤੇਰਾ ਬੇਟਾ ਹੱਸ ਕੇ ਮਿਲਿਆ ਤੇ ਮੈਨੂੰ ਇਹਨਾਂ ਕੋਈ ਦਿੱਤਾ ਵੀ ਮੈਨੂੰ ਹੁਣ ਮੰਗਣ ਦੀ ਲੋੜ ਨਹੀਂ, ਇਸ ਕਰਕੇ ਰਹਿਣ ਦੇ। ਇਹ ਤਾਂ ਗਿਆਨੀ ਜਨ ਜਿਹੜੇ ਵਿਦਵਾਨ ਵੀਰ ਨੇ ਉਹਦਾ ਅੰਤਰੀ ਵਰਤੇ ਕਰਦੇ ਨੇ। ਗੁਰੂ ਕੇ ਦਰਸ਼ਨ ਦੀ ਪਹਿਲੀ ਕਰਾਮਾਤ ਹੈ। ਜਿਹੜਾ ਗੁਰੂ ਨਾਲ ਅੰਦਰੋਂ ਜੁੜ ਜੇ ਗੁਰਮੁਖੋ, ਉਹ ਲਾਲਚੀ ਨਹੀਂ, ਉਹਨੂੰ ਸੰਤੋਖ ਆ ਜਾਂਦਾ ਜੇ। ਧਰਮੀ ਬੰਦੇ ਦੀ ਪਛਾਣ ਜਿਹੜੀ ਆ ਨਾ, ਜੋ ਬਾਣੀ ਵਿੱਚ ਮੈਂ ਹੁਣ ਤੱਕ ਸਮਝੀ ਹੈ, ਹੋ ਸਕਦਾ ਮੇਰੀ ਸਮਝ ਵੀ ਘੱਟ ਹੋਵੇ, ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਭਾਲੇ ਪਾਸ। ਜਿਹਦੇ ਪੱਲੇ ਦੋ ਗੁਣ ਹੋਣ, ਭਾਵੇਂ ਉਹ ਬੀਬੀ ਹੈ, ਭਾਵੇਂ ਉਹ ਵੀਰ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ, ਭਾਵੇਂ ਈਸਾਈ ਹੈ, ਉਹ ਸੰਤ ਜੇ। ਕੌਣ? ਇੱਕ ਸਤ ਹੋਵੇ
ਦੂਜਾ ਸੰਤੋਖ ਹੋਵੇ। ਸਤ ਦੀ ਵਿਆਖਿਆ ਜਿਹੜੇ ਸਾਡੇ ਕਵੀਸ਼ਰ ਭਰਾ ਢਾਡੀ ਵੀਰ ਇੱਕ ਛੰਦ ਬੋਲਦੇ, ਇੱਕ ਬੋਲਦੇ ਹੁੰਦੇ ਨੇ ਖਾਨ, एक वो हैं जो बदलते हैं जमाने के साथ साथ, एक वो मर्द हैं जो जमाने को बदल देते हैं। ਜਿਹੜੇ जमाने नाल बदल जाण उन्हां नूं संत कोई नहीं कहंदा, जिन्हां ने जमाना बदलिया संत मुकदे नहीं। जे गिणती करिए एक संत है जिहड़ा तोपां दे टैंकां अगे खलो के भी नहीं डरिया, उहनूं अज चेते करदे असीं संत जरनैल सोनू है तो साडे वर्गा सी ना, पंज तत्तां दा बणिया, पर जेड़े उहदा दे करंट सी ना सत दा, भी दुनिया भावें बदल जे मैं नहीं बदलना, उहनूं संत कहंदे ते असीं उहदे अगे झुकदे हां। एक वो है जो बदलते जमाने के साथ साथ, जे गंगा गए ते गंगा राम, जमुना गए ते जमुना दास, उहनां नूं कोई चेते नहीं करदा। जिन्ना जमाना बदलिया उहनूं कहंदे ने मर्द ते उहनूं कहंदे ने संत। दौलतां नूं गुरु बाबे ने संतोख दिता, समा अपनी चाल चलिया। उन्हां दे घर एक सेवादार बीबी सी, उहदा नाम तुलसा करके लिखिया। माता तृप्ता जी कहण लगे, तुलसा पुत नानक नूं ठा। एक मैं पंक्ति तकरीबन मंजी साहब तो बोलदा रहिना, मेरे मूँह ते बड़ी चढ़ी है। वो ये है, जे दिन चंगे होण ते गुरमुखो कमले भी सियाणे हो जाते, ते जे दिन माड़े होण ते सियाणियां तो गलतियां हो जांदियां जे। ये मेरा जो समझ है ना, जे दिन चंगे होण ते कमले भी सियाणप कर जांदे, जे दिन माड़े होण ते सियाणियां तो वड्डियां गलतियां हो जांदियां ने। बाणी कहंदी, ना को मूर्ख ना को सियाणा, वरते सब किश तेरा भाणा। गुरु नानक पातशाह बराजे ने महाराज के चरणों का एक अंगूठा नंगा ते चादर लई उपर, तुलसा नूं गुरु पातशाह के चरण बड़े चंगे लगे ते अंगूठा मूँह च पा लिया। ते की वेख्या भी गुरु नानक पातशाह किसी डुबदे जहाज नूं बन्ने ला रहे ने। माता तृप्ता दे कोल आई ते कहण लगी, बेबे जी मैं कहनी भी तुसीं अपने बेटे नूं ये ना उठाओ, क्यों? मैं वेख्या भी किसी दे डुबदे जहाज नूं बन्ने ला रहा है, ते रोटी तां फिर भी खाधी जाएगी। मां दी ममता बड़ी प्रबल हुंदी है। जाके लूणिया पुत नानक, हुण तां लोकी मखौल करन लग पे, मेरे हीरिया रोटी खा ला। ते मेरे पातशाह कहंदे, मां ये तां मस्तानी है। इतिहास के पन्नियां ते लिखिया भी उस बीबी नूं नाम दा इहो जिहा रंग चढ़ गया, इहो जे नाम चरंगी कि उहनूं सारी जिंदगी च नाम दा रंग उतरिया ही नहीं। समा अपनी चाल चलदा है, नियम के मुताबिक जिवें अपने वास्ते अमृत छकना लाजमी है, मुसलमान भरावां च सुनत करते हैं, उन्हां दा धर्म है। बाबे कल्याण दाए ने जनेऊ का प्रबंध किया ते आया हरदयाल क्रोध ते सतगुरु पातशाह कहने लगे भी मैं ये तेरा तागे वाला जनेऊ नहीं पाउणा, किहड़ा पावेगा? एक मेरे कहने से पुस्तक पढ़िया जी, हम हिंदू नहीं। भाई कान्ह सिंह नाभा की पुस्तक लिखी, हम हिंदू नहीं। सानू गुरु ने अड किया, पर आपां भौं भौं के मुड़ के उन्हां च वड़ी जाने। आज जिस तरह मौली है ना, मैं बहुत मेरा बोलिया मंजीत साहब तो भी अखंड पाठ आरंभ करना है, पाठी सिंह आ गए ने ते जे मौली नहीं आए तो कहते बाबा जी थोड़ा जिहा खलो जाओ, असीं अजनालियों मौली ना लै आइए। मौली करके पाठ लेट हो रहा, गुरु ग्रंथ सच्चे पातशाह की पीढ़े नाल मौली बननी है। घर वालियां ने मौली बनानी है, बाबियां नूं बनन लग पे ने। मैं खुला तुहानूं बेनती करांगा कि जे कोई मैनूं भैण भरा सिख धर्म च मौली की मानता दस दे तो मैं उन्होंने 50,000 रुपया नाम दे के धन्यवाद करांगा। वह कड़े ते यकीन नहीं रहा, कृपान ते यकीन घट, पर मौली ते ज्यादा। हुण एक नवां काम चलिया जी, मैं हैरान है, पुठियां गल्लां आपां कहंदे प्रचार नहीं, जिहड़ियां गल्लां प्रचार करदे उहदा कोई अमल नहीं।
ਤੇ ਜਿਹੜੀਆਂ ਗੱਲਾਂ ਪੁੱਠੀਆਂ ਨੇ ਉਹ ਬਿਨਾਂ ਪ੍ਰਚਾਰ ਤੋਂ ਹੋਈ ਜਾਂਦੀਆਂ ਨੇ। ਹੋਰ ਇੱਕ ਨਵਾਂ ਕੰਮ ਚੱਲਿਆ ਜੇ, ਬੀਬੀਆਂ ਗਿੱਟਿਆਂ ਨੂੰ ਕਾਲਾ ਧਾਗਾ ਬੰਨ੍ਹਣ ਲੱਗ ਪਈਆਂ ਨੇ, ਬੜਾ ਰਿਵਾਜ ਹੈ। ਪਰ ਹੁਣ ਇੱਕ ਪਰੇਸ਼ਾਨੀ ਮੈਨੂੰ ਵੀ ਕੋਈ ਵੀ ਗੱਲ ਤਾਂ ਕਹਿੰਦੇ ਗਿਆਨੀ ਜੀ ਭਲਾ ਕਿੱਥੇ ਇੱਕ ਲਿਖਿਆ। ਮੈਂ ਕਿਹਾ ਚੰਗਾ ਪਵਾੜਾ ਪਾਇਆ ਜੇ, ਬੀਬੀ ਨੇ ਗਿੱਟੇ ਤੇ ਧਾਗਾ ਬੱਧਾ ਤੇ ਉਹ ਵੀ ਗਿਆਨੀ ਜਸਵੰਤ ਸਿੰਘ ਜਵਾਬ ਦੇ, ਮੈਂ ਲੱਭਾਂ ਕਿੱਥੇ ਵੀ ਜਿਹਨੇ ਬੱਧਾ ਉਹਨੂੰ ਪੁੱਛੋ ਵੀ ਕਿੱਥੇ ਲਿਖਿਆ, ਮੈਨੂੰ ਕੀ ਪਤਾ। ਰੱਬ ਦਾ ਵਾਸਤਾ ਜੇ ਤਾਗਿਆਂ ਤੇ ਮੌਲੀਆਂ ਦੇ ਸਿੱਖ ਨਾ ਬਣੋ, ਸੇਕੀ ਦੇ ਬਣੋ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਹੀਂ ਹੋਰ। ਇਹ ਮੇਰੇ ਮਨਾ ਗੁਰੂ ਗੁਰੂ ਕਰ, ਗੁਰੂ ਤੋਂ ਬਿਨਾ ਹੋਰ ਕੋ ਹੈ ਹੀ ਨਹੀਂ। ਤੇ ਆਪਾਂ ਇਹ ਵੀ ਸ਼ਬਦ ਸਾਨੂੰ ਸਾਰ ਨੂੰ ਕੰਠ ਹੈ, ਜੇ ਗੁਰੂ ਵੱਲ ਹੋਵੇ ਤਾਂ ਸਾਰੀਆਂ ਚੀਜ਼ਾਂ ਫਿੱਟ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਬੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵੇ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛਈ ਹਰ ਬਖਸ਼ੰਦਾ। ਇਹ ਵੱਲ ਹੋਵੇ ਨਾ ਤੇ ਕੋਈ ਗ੍ਰਹਿਣ ਨਹੀਂ ਲੱਗਦਾ। ਕੋਈ ਕਿਸੇ ਬੜੇ ਆਪਾਂ ਤਾਂ ਚੱਕਰਾਂ 'ਚ ਪਏ, ਕਿਸੇ ਨੂੰ ਕਹਿੰਦੇ ਜੀ ਮੇਰੇ ਤੇ ਫਲਾਣਾ ਸ਼ਨੀਚਰ ਹਾਵੀ ਹੋ ਗਿਆ, ਕਿਸੇ ਨੂੰ ਰਾਹੂ ਚੰਬੜ ਗਿਆ, ਕਿਸੇ ਨੂੰ ਕੇਤੂ ਚੰਬੜ ਗਿਆ। ਇਹ ਕਿਉਂ ਚੰਬੜਦੇ ਨੇ? ਪਰਮੇਸ਼ਰ ਤੇ ਭੁੱਲਿਆ ਵਿਆਪਨ ਸਵੇਰੋ। ਅਸੀਂ ਪਰਮੇਸ਼ਰ ਨੂੰ ਭੁੱਲ ਗਏ, ਇਹ ਰਾਹੂ ਤੇ ਕੇਤੂ ਸਾਡੇ ਤੇ ਚੜ ਗਏ। ਜੇ ਗੁਰੂ ਵਾਲੇ ਤੇ ਰਾਹੂ ਕੇਤੂ ਸਾਡੇ ਲਾਗੇ ਨਹੀਂ ਜਾ ਸਕਦੇ। ਮੈਂ ਉਹ ਗੱਲ ਕਰਨ ਲੱਗਾ ਸਾਂ, ਗੁਰੂ ਬਾਬੇ ਨੇ ਆਖਿਆ ਪੰਡਿਤ ਜੀ ਮੈਂ ਤੁਹਾਡੇ ਜਨੇਊ ਦੀ ਰੋਟੀ, ਪਰ ਮੈਂ ਤਾਗੇ ਵਾਲਾ ਜਨੇਊ ਨਹੀਂ ਜੀ ਪਾਉਣਾ। ਇੱਥੇ ਇੱਕ ਹੋਰ ਮੈਂ ਸਿੱਖ ਧਰਮ ਦੀ ਇੰਪੋਰਟੈਂਸ ਦੀ ਤੁਹਾਡੇ ਨਾਲ ਗੱਲ ਸਾਂਝੀ ਕਰਾਂ। ਹੁਣ ਵੇਖੋ ਕਿਹੋ ਜਿਹਾ ਮਤ ਹੈ। ਜੇ ਤਾਂ ਬ੍ਰਾਹਮਣ ਨੇ ਜਨੇਊ ਪਾਉਣਾ ਤੇ ਲਿਖਿਆ ਵੀ ਉਹਨੇ ਬਸੰਤ ਮੌਸਮ ਵਿੱਚ ਪਾਉਣਾ, ਰੇਸ਼ਮ ਦਾ ਜਨੇਊ ਪਾਉਣਾ, ਤਿੰਨ ਉਹਦੀਆਂ ਤੰਦਾਂ ਹੋਣ ਬ੍ਰਾਹਮਣ ਲਈ, ਬਸੰਤ ਦਾ ਮੌਸਮ, ਤਿੰਨ ਤੰਦਾਂ ਤੇ ਰੇਸ਼ਮ ਦਾ। ਜੇ ਖੱਤਰੀ ਨੇ ਪਾਉਣਾ ਤੇ ਉਹਦੇ ਵਾਸਤੇ ਦੋ ਤੰਦਾਂ, ਗਰਮੀ ਦਾ ਮੌਸਮ ਤੇ ਕਪਾਹ ਦਾ। ਤੇ ਜਿਹੜਾ ਮਰ ਗਿਆ ਵਿਚਾਰਾ ਗੋਡੀਆਂ ਕਰਦਾ ਕਰਦਾ, ਉਹਦੀ ਗਰੀਬ ਦੀ ਵਾਰੀ ਆਈ ਬੈਠ ਦੀ, ਉਹਨੂੰ ਕਹਿਣ ਲੱਗੇ ਮਿੱਤਰਾ ਨਾ ਤਾਂ ਮਿਲਣਾ ਰੇਸ਼ਮ ਦਾ ਤੇ ਨਾ ਮਿਲਣਾ ਕਪਾਹ ਦਾ, ਚੁੱਪ ਕਰਕੇ ਸਨੁਕੜਾ ਹੈ ਤੇ ਉਹਨੂੰ ਚਾੜ ਕੇ ਵੱਟ ਤੇ ਲਮਕਾ ਲਾ ਤੇ ਪਾਉਣਾ ਇੱਕ ਡੋਰੀ। ਤੈਨੂੰ ਦੋ ਤਿੰਨ ਨਹੀਂ ਪਾਉਣ ਦੇਣੀਆਂ, ਕਿਉਂਕਿ ਤਿੰਨ ਬ੍ਰਾਹਮਣ ਦੀਆਂ, ਦੋ ਖੱਤਰੀ ਦੀਆਂ ਨੇ ਤੇ ਤੈਨੂੰ ਇੱਕ ਪੈਣੀ। ਇਹ ਲਿਖਿਆ ਜੇ ਮਾਨ ਉਸ ਹਮ ਹਿੰਦੂ ਨਹੀਂ, ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ਚੋਂ ਮੈਂ ਗੱਲ ਪੜ੍ਹੀ ਜੀ। ਕਿਉਂਕਿ ਇਹ ਜੇ ਮੈਂ ਕੋਲੋਂ ਕਹਾਂ ਤੇ ਕੇਸ ਹੋ ਸਕਦਾ 295 ਵਾਲਾ, ਕਿਉਂਕਿ ਮੈਨੂੰ ਦਫਾ ਚੇਤੇ ਹੋ ਗਈ ਹੈ। 295 ਜੇ ਸੱਚ ਬੋਲੀਏ ਨਾ ਤੇ 295 ਫੁੱਟ ਕਰ ਦਿੰਦੇ ਨੇ। ਸੱਚ ਕਹਿਣਾ ਵੀ ਔਖਾ, ਸੱਚ ਸੁਣਨਾ ਵੀ ਔਖਾ। ਗੁਰੂ ਸਾਡੇ ਤੇ ਮਿਹਰ ਕਰੇ। ਬਾਬੇ ਨੇ ਆਖਿਆ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹੈ ਆਪਾਂ ਦੇ ਕੱਤ। ਮੈਂ ਕਦੋਂ ਕਹਿੰਦਾ ਵੀ ਨਾ ਪਾ, ਅਗਰ ਇਹ ਹੈ ਪਾ, ਨਹੀਂ ਤੇ ਧਾਗਿਆਂ ਤੇ ਮੈਂ ਵਿਸ਼ਵਾਸ ਨਹੀਂ ਕਰਦਾ। ਇਹ ਸ਼ਬਦ ਵਿੱਚ ਜਿਹਨੂੰ ਆਪਾਂ ਕਹਿੰਦੇ ਰੀੜ ਦੀ ਹੱਡੀ, ਗੁਰੂ ਸਾਨੂੰ ਸਰ ਨੂੰ ਤੰਦਰੁਸਤੀ ਬਖਸ਼ੇ। ਲੱਤ ਵੱਢੀ ਜਾਏ ਤੇ ਬੰਦਾ ਤੁਰ ਫਿਰ ਸਕਦਾ, ਅੱਜ ਕੱਲ੍ਹ ਤਾਂ ਨਵੀਂ ਲੱਤਾਂ ਲੱਗ ਜਾਂਦੀਆਂ ਨੇ। ਪਰ ਰੀੜ ਦੀ ਹੱਡੀ ਟੁੱਟ ਜਾਏ, ਦੁਸ਼ਮਣ ਦੀ ਵੀ ਨਾ ਟੁੱਟੇ, ਉਹ ਜਿਉਂਦਾ ਮਰ ਗਿਆ। ਸਾਡੀ ਰੀੜ ਦੀ ਹੱਡੀ ਕਿਹੜੀ ਹੈ? ਉਹ ਹੈ ਜਾਤ ਕਰੈਕਟਰ। ਸਾਈਅਤ ਪੜ੍ਹੋ ਕਿਤੇ, ਉੱਥੇ ਲਿਖਿਆ ਵੈਲਥ ਇਜ਼ ਲੋਸਟ, ਨਥਿੰਗ ਇਜ਼ ਲੋਸਟ, ਹੈਲਥ ਇਜ਼ ਲੋਸਟ, ਸਮਥਿੰਗ ਇਜ਼ ਲੋਸਟ, ਕਰੈਕਟਰ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਇਹਦਾ ਅਰਥ ਹੈ ਪੈਸੇ ਚਲੇ ਗਏ ਤੇ ਆ ਜਾਣਗੇ, ਇਹ ਤਰਾ ਚੜਾ ਹੈ। ਸਿਹਤ ਵਿੱਚ ਫਰਕ ਪਿਆ ਤੇ ਕੁਝ ਨੁਕਸਾਨ ਹੈ, ਕਿਉਂਕਿ ਜਿਹੜਾ ਬੰਦਾ ਬਿਮਾਰ ਹੈ ਉਹਨੇ ਪਿੰਡੇ ਤੇ ਪਾਣੀ ਪਾਉਣ ਲੱਗਿਆ ਡਰਨਾ। ਇੱਥੇ ਇੱਕ ਮੈਨੂੰ ਗੱਲ ਚੇਤੇ ਆ ਗਈ, ਤੁਸੀਂ ਹੱਸ ਪੋਗੇ, ਤੁਹਾਨੂੰ ਖੁਸ਼ ਕਰਨ ਲਈ ਮੈਂ ਕਹਿਣ ਲੱਗਾ।
ਧਗਾਣੇ ਦਾ ਪਿੰਡ ਹੈ ਪੱਟੀ ਦੇ ਲਾਗੇ, ਤੇ ਉੱਥੇ ਸਿੰਘ ਸੀ ਸਾਡੇ ਜਥੇ ਦੇ ਵਿੱਚੋਂ, 5 ਪਿਆਰਿਆਂ ਦੀ ਸੇਵਾ ਕਰਦਾ ਸੀ, ਬੜਾ ਭੋਲਾ ਗੁਰਮੁਖ ਸੀ। ਤੇ ਸੰਤ ਬਾਬਾ ਜਨ ਕਰਤਾਰ ਸਿੰਘ ਹੋਰਾਂ ਨੇ ਨਾਵੇਂ ਪਾਤਸ਼ਾਹ ਦੀ ਸ਼ਹੀਦੀ ਦੀ ਕਥਾ ਥਾਂ ਥਾਂ ਤੇ ਕਰਨੀ, ਤੇ ਮੈਨੂੰ ਕਹਿੰਦਾ, ਮੇਰਾ ਮਿੱਤਰ ਸੀ, ਮੈਨੂੰ ਕਹਿੰਦਾ ਜਸਵੰਤ ਸਿਆਂ, ਇਹ ਸੰਤ ਸ਼ਹੀਦਾਂ ਦੀਆਂ ਗੱਲਾਂ ਕਰਦੇ ਨੇ, ਆਪਾਂ ਤਾਂ ਰੋਜ਼ ਸ਼ਹੀਦ ਹੁੰਦੇ ਆ। ਮੈਂ ਕੰਨ ਚੁੱਕ ਲਏ ਵੀ ਨਵੀਂ ਗੱਲ ਕਿੱਥੋਂ ਇਹਨੇ ਕੱਢ ਮਾਰੀ ਵੀ ਆਪਾਂ ਤਾਂ। ਮੈਂ ਕਿਹਾ ਮੈਂ ਤੇਰੀ ਗੱਲ ਸਮਝਿਆ ਨਹੀਂ। ਕਹਿਣ ਲੱਗਾ ਪੋਹ ਦਾ ਮਹੀਨਾ ਹੈ, ਸਾਝ ਆਣੀ, ਜਦੋਂ ਠੰਡਾ ਪਾਣੀ ਪਿੰਡੇ ਤੇ ਪੈਂਦਾ ਤੇ ਮਰ ਜਾਈਦਾ ਹੀ। ਇਹ ਮੈਨੂੰ ਉਸ ਗੁਰਮੁਖ ਨੇ, ਮੇਰਾ ਮਿੱਤਰ ਸੀ, ਚੜਾਈ ਕਰ ਗਿਆ ਵਿਚਾਰਾ, ਪਰ ਮੈਨੂੰ ਉਹਦੀ ਗੱਲ ਅਜੇ ਵੀ ਚੇਤੇ ਹੈ। ਭਾਵ ਕਿ ਜਿਹੜਾ ਬੰਦਾ ਬਿਮਾਰ, ਉਹਨੂੰ ਨਹਾਉਣ ਲੱਗਿਆ ਵੀ ਉਹਦਾ ਦਿਲ ਕੰਬਦਾ ਹੈ, ਨੁਕਸਾਨ ਹੈ। ਪਰ ਜੇ ਅਖਲਾਕ ਨਹੀਂ ਤੇ ਪੱਲੇ ਕੱਖ ਨਹੀਂ। ਆਪਾਂ ਬਹੁਤ ਹੀ ਅੰਮ੍ਰਿਤਧਾਰੀ ਇੱਥੇ ਮੇਰੇ ਭਰਾ ਬੈਠੇ ਨੇ, ਬੀਬੀਆਂ ਬੈਠੀਆਂ, ਮੇਰੀਆਂ ਧੀਆਂ ਭੈਣਾਂ, ਆਪਾਂ ਥੋੜਾ ਜਿਹਾ ਚੇਤੇ ਕਰੀਏ, ਜਦੋਂ ਆਪਾਂ 5 ਪਿਆਰਿਆਂ ਕੋਲ ਅੰਮ੍ਰਿਤ ਦੀ ਦਾਤ ਲੈਂਦੇ ਆ ਨਾ, ਤੇ ਸਾਨੂੰ 5 ਪਿਆਰੇ ਸਮਾਨਾ ਕਿਹਾ ਸੀ ਵੀ ਗੁਰਮੁਖੋ, ਜੇ ਕਿਸੇ ਕਾਰਨ ਪਹਿਲੀ ਗੱਲ ਤਾਂ ਕੜਾ ਡਿੱਗਦਾ ਹੀ ਨਹੀਂ, ਜੇ ਬਾਈ ਚਾਂਸ ਖੁੱਲਾ ਕੜਾ ਤੇ ਤੁਹਾਡੇ ਹੱਥੋਂ ਨਿਕਲ ਗਿਆ ਤੇ ਤੁਸੀਂ ਕੜਾ ਪਾ ਕੇ ਤੇ ਆਖੋ ਪਾਤਸ਼ਾਹ ਕਿਰਪਾ ਕਰੀ, ਮੇਰੇ ਢਿਲਾਈ ਨਾ ਆਵੇ। ਜੇ ਕੰਘਾ ਡਿੱਗ ਪਿਆ ਤਾਂ ਵੀ ਅਰਦਾਸ ਕਰੋ। ਇਹੋ ਕਿਰਪਾਨ ਤਾਂ ਵੈਸੇ ਡਿੱਗਦੀ ਨਹੀਂ। ਹੁਣ ਕਿਰਪਾਨ ਦੀ ਗੱਲ ਵੀ ਮੈਂ ਕਰ ਲਾਂ। ਇੱਕ ਆਦਮੀ ਮਿਲਿਆ ਤੇ ਬੜਾ ਸੋਹਣਾ, ਉਹਦੀ ਗੱਲਬਾਤ ਤੇ ਦਾੜਾ ਬੜਾ ਸੋਹਣਾ, ਤੇ ਮੈਂ ਕਿਹਾ ਗੁਰਮੁਖਾ ਅੰਮ੍ਰਿਤ ਛਕ ਲਾ। ਕਹਿੰਦਾ ਬਾਬਾ ਜੀ ਛਕਿਆ। ਮੈਂ ਕਿਹਾ ਕਿਰਪਾਨ ਕਿੱਥੇ ਆ? ਕਹਿੰਦਾ ਜੀ ਮੈਂ 1.5 ਇੰਚ ਕਿਰਪਾਨ ਜੂੜੇ 'ਚ ਟੰਗੀ ਹੈ। ਤੇ ਮੈਂ ਕਿਹਾ ਮੈਨੂੰ ਸੁਝਾ ਦਿਆਂ। ਕਹਿੰਦਾ ਦੱਸੋ ਬਾਬਾ ਜੀ। ਮੈਂ ਕਿਹਾ ਵੀ 1.5 ਇੰਚ ਦਾ ਕਛਹਿਰਾ ਵੀ ਨਾਲ ਟੰਗ ਲਾ। ਤੁਸੀਂ ਦੱਸੋ ਵੀ 1.5 ਇੰਚ ਦੀ ਕਿਰਪਾਨ ਹੁੰਦੀ ਹੈ? ਕਿਰਪਾਨ ਉਹ ਹੈ ਜਿਹੜੀ ਸਾਡੀ ਸਵੈ ਰੱਖਿਆ ਕਰੇ। ਇਸ ਕਿਰਪਾਨ ਤੇ ਗੜਦੀ ਵਾਲੇ ਕਾਲਜ, ਮੈਨੂੰ ਚੇਤਾ ਗੜਦੀ ਵਾਲਾ ਕਾਲਜ ਹੈ, ਖਾਲਸਾ ਕਾਲਜ, ਉੱਥੇ ਪ੍ਰੋਫੈਸਰ ਨੇ ਸੰਤ ਕਰਤਾਰ ਸਿੰਘ ਨੂੰ ਆਖੀ ਵੀ ਤੁਸੀਂ ਕਿਰਪਾਨਾਂ ਦੀਆਂ ਗੱਲਾਂ ਕਰਦੇ। ਸੰਤ ਜੀ ਕਿਰਪਾਨਾਂ ਗਈਆਂ, ਹੁਣ ਛੱਡ ਦਿਓ ਗੱਲਾਂ। ਇਹ ਖਾਲਸਾ ਕਾਲਜ ਗੜਦੀ ਵਾਲੇ ਦੀ ਗੱਲ ਜੇ। ਤੇ ਸੰਤ ਜੀ ਕਹਿਣ ਲੱਗੇ ਪਿਸਤੌਲ 'ਚ ਗੋਲੀ ਫੱਜ, ਪਿਸਤੌਲ ਇੱਕ ਜਵਾਨੀ ਦਾ ਨਹੀਂ। ਤੂੰ ਤੁਰਿਆ ਜਾ ਰਿਹਾ, ਤੇਰੀ ਭੈਣ ਨੂੰ ਕਿਸੇ ਨੇ ਮਜ਼ਾਕ ਕੀਤਾ ਤੇ ਤੂੰ ਇੰਦਰਾ ਨੂੰ ਆਖੇਂਗਾ ਟੈਂਕ ਭੇਜ ਉੱਥੋਂ ਦਿੱਲੀਓਂ। ਇਹ ਗੁਰੂ ਕੀ ਕਿਰਪਾਨ ਹੈ ਜਿਹੜੀ ਮਿਸ ਨਹੀਂ ਹੁੰਦੀ, ਜਿਹਦੇ ਰੌਂਦ ਨਹੀਂ ਮੁੱਕਦੇ, ਔਰ ਇਹਦਾ ਮਾਰਿਆ ਉੱਠਦਾ ਨਹੀਂ। ਇਸ ਕਰਕੇ ਮੇਰੇ ਗੁਰੂ ਨੇ ਆਖਿਆ ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰਿੰ। ਤੇ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਸਾਂ ਉਹ ਹੈ ਕਛਹਿਰਾ। ਇਹ ਮੇਰੇ ਅੰਦਰ ਗੱਲ ਕਿਉਂ ਹੋਈ? ਕਿਉਂਕਿ ਬਾਬੇ ਨੇ ਕਿਹਾ ਨਾ, ਜਾਤ ਗੰਢੀ 7 ਵੱਟ। ਜੇ ਕਰੈਕਟਰ ਦੀ ਗੰਢ ਹੈ ਤੇ ਪਾ ਦੇ, ਨਹੀਂ ਤੇ ਮੈਂ ਨਹੀਂ ਪਾਉਣਾ। ਸਾਨੂੰ 5 ਪਿਆਰੇ ਸਬੰਧ ਕਹਿੰਦੇ ਨੇ ਗੁਰਮੁਖਾ। ਜੇ ਗੁਸਲਖਾਨੇ 'ਚ ਇਸ਼ਨਾਨ ਕਰਦਿਆਂ ਕਰਦਿਆਂ ਤੇਰੇ 2 ਗਿੱਟਿਆਂ ਤੋਂ ਕਛਹਿਰਾ ਲੈ ਗਿਆ ਨਾ ਕਿਸੇ ਕਾਰਨ ਕਰਕੇ, ਪਹਿਲੀ ਗੱਲ ਤਾਂ ਲੈਂਦਾ ਨਹੀਂ, ਪਰ ਬਾਈ ਚਾਂਸ ਕਿਸੇ ਆਪਾਂ ਢਲਿਆਈ ਹੋਵੇ ਤੇ ਆਪਣੇ 2 ਗਿੱਟਿਆਂ ਤੋਂ ਲੈ ਜਾਏ, ਤੇ ਉੱਥੇ ਇਹ ਨਹੀਂ ਆਖਿਆ ਕਿ ਤੂੰ ਕੱਲਾ ਅਰਦਾਸ ਕਰ। ਉੱਥੇ ਕਿਹਾ 5 ਸਿੰਘਾਂ ਕੋਲ ਅਰਦਾਸ ਕਰਾ। ਕੰਘੇ ਦੀ ਕੱਲੇ ਕਰ ਲੈਣੀ ਹੈ, ਕਿਰਪਾਨ ਦੀ ਕੱਲੇ ਨੇ ਕਰ ਲੈਣੀ ਹੈ, ਕੜੇ ਦੀ ਕੱਲੇ ਨੇ ਕਰ ਲੈਣੀ ਹੈ, ਲੇਕਿਨ ਕਛਹਿਰੇ ਲਈ 5 ਸਿੰਘਾਂ ਕੋਲ ਅਰਦਾਸ ਕਿਉਂ ਕਰਾਉਣੀ ਹੈ? ਇਹ ਕਰੈਕਟਰ ਹੈ। ਜੇ ਸਿੱਖਾ ਤੇਰਾ ਕਰੈਕਟਰ ਨਹੀਂ, ਤੇਰੇ ਪੱਲੇ ਕੱਖ ਨਹੀਂ। ਇਸ ਕਰਕੇ ਬਾਬੇ ਨੇ ਆਖਿਆ ਜਤ ਭਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਭਾਓ ਅੰਮ੍ਰਿਤ ਢਾਲ, ਘੜੀਏ ਸ਼ਬਦ ਸੱਚੀ ਟਕਸਾਲ। ਪਰ ਕੌਣ ਘੜਿਆ ਜਾਵੇਗਾ? ਜਿਨ ਕੋ ਨਦਰ ਕਰਮ ਤਨਕਾਰ। ਜਿਨ੍ਹਾਂ ਦੀ ਉਹਦੀ ਨਿਗਾਹ ਨਾ, ਉਹਨਾਂ ਤੇ ਕਰਮ ਹੋਵੇਗਾ। ਗੁਰੂ ਬਾਬੇ ਨੇ ਪ੍ਰਚਾਰ ਆਰੰਭ ਕੀਤਾ। ਇਹ ਕਿਰਤੀ ਗੁਰਸਿੱਖ ਦੇ ਘਰ ਤੋਂ ਕੁੰਡਾ ਖੜਕਾਇਆ। ਉਹਨੇ ਕੁੰਡਾ ਖੋਲਿਆ ਤੇ ਬੜੇ ਪਿਆਰੇ ਬਚਨ ਨੇ ਪੁਰਾਤਨ ਜਨਮ ਸਾਖੀ ਦੇ। ਕਹਿੰਦੇ ਭਾਈ ਲਾਲੂ ਕੀ ਪਿਆ ਕਰਨਾ ਹੈ? ਇਹ ਮੈਂ ਸਾਖੀ ਰੋਜ਼ ਸੁਣਾਉਣਾ, ਤਕਰੀਬਨ ਮੈਨੂੰ ਲੱਭਦਾ ਜੀ ਕੁਝ। ਭਾਈ ਲਾਲੂ ਕੀ ਪਿਆ ਕਰਨਾ ਹੈ? ਕਹਿੰਦਾ ਜੀ ਕਿੱਲੇ ਪਿਆ ਘੜਨਾ ਹੈ। ਤੇ ਗੁਰੂ ਬਾਬੇ ਨੇ ਆਖਿਆ ਜ਼ਿੰਦਗੀ ਪਰਜੰਤ ਕਿੱਲੇ ਘੜੇਗਾ, ਕਿਤੇ ਮਨ ਵੀ ਘੜ ਲਿਆ ਕਰ। ਇਹ ਸਾਡੀ ਸਾਰਿਆਂ ਦੀ ਗੱਲ ਹੈ। ਆਪਾਂ ਆਪਣੇ ਧੰਦਿਆਂ ਦੇ ਕਿੱਲੇ ਘੜੀ ਜਾਂਦੇ ਆ, ਕਦੇ ਮਨ ਨੂੰ ਘੜਨ ਦਾ ਯਤਨ ਨਹੀਂ ਜੇ ਕੀਤਾ। ਮਨ ਕਿਵੇਂ ਘੜਿਆ ਜਾਏਗਾ? ਆਪਾਂ ਮੱਥਾ ਟੇਕਦੇ ਆ ਨਾ,
ਤੇ ਸਾਨੂੰ ਮਹਾਂਪੁਰਸ਼ਾਂ ਨੇ ਦੀ ਮੱਥੇ ਦੇ ਬਾਰੇ ਵੀ ਸੰਥਿਆ ਕਰਾਈ ਸੀ, ਪੜ੍ਹਾਇਆ ਸੀ। ਕਹਿਣ ਲੱਗੇ ਪੁੱਤਰ, ਗੁਰੂ ਸਾਡੇ ਪੈਸਿਆਂ ਦਾ ਭੁੱਖਾ ਨਹੀਂ। ਗੁਰੂ ਨੂੰ ਰੁਮਾਲਾ ਦੇ ਕੇ ਇਮਾਨ ਕਰੇ ਵੀ ਮੈਂ ਅੱਜ ਗੁਰੂ ਨੂੰ ਰੁਮਾਲਾ ਚਾੜਿਆ। ਜਿੱਦਣ ਤੂੰ ਜੰਮਿਆ ਸੀ ਤੇਰੇ ਘਰ 4 ਗਿਰਾਂ ਕੱਪੜਾ ਨਹੀਂ ਸੀ, 4 ਗਿਰਾਂ ਨੰਗਾ ਸੀ। ਤੂੰ ਗੁਰੂ ਨੂੰ ਕੀ ਦੇ ਸਕਦਾ? ਕਿਸੇ ਨੇ ਫੁੱਲ ਭੇਡ ਕੀਤੇ, ਕਿਸੇ ਮਾਇਆ, ਕਿਸੇ ਵਸਤਰ, ਜਿਵੇਂ ਜਿਵੇਂ ਕਿਸੇ ਦੀ ਭਾਵਨਾ। ਪਰ ਗੁਰੂ ਨੂੰ ਲੋੜ ਹੈ ਸਾਡੇ ਮਨ ਦੀ। ਤੇ ਜੇ ਗੁਰੂ ਨੇ ਮਨ ਫੜ ਲਿਆ ਤੇ ਗੱਲ ਬਣ ਜੇਗੀ। ਆਪਾਂ ਕਹਿੰਦੇ ਜੀ ਬਾਕੀ ਭਾਵੇਂ ਪੈਸੇ ਵੀ ਸਾਂਭ ਲਾ, ਰੁਮਾਲਾ ਵੀ ਚੁੱਕ ਲਾ, ਪਰ ਮੈਨੂੰ ਦੇ ਦੇ, ਕਿਉਂਕਿ ਸਾਰੇ ਪੁਆੜਿਆਂ ਦੀ ਜੜ ਮਨ ਹੈ। ਤੇ ਮਨ ਤਾਂ ਆਪਾਂ ਫਿਰ ਆਪਣੇ ਕੋਲ ਰੱਖ ਲੈ। ਜਿੰਨਾ ਚਿਰ ਗੁਰੂ ਨੂੰ ਮਨ ਨਾ ਦਿੱਤਾ ਬਾਤ ਨਹੀਂ ਜੇ ਬਣਨੀ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਢ ਰਾਸ। ਸਾਰੀ ਜ਼ਿੰਦਗੀ ਕਿੱਲੇ ਘੜੀ ਜਾਏਗਾ, ਕਿਤੇ ਮਨ ਵੀ ਘੜ ਕਰ। ਇੰਨੀ ਗੱਲ ਕਹੀ ਭਾਈ ਲਾਲੋ ਦਾ ਮਨ ਵਿੰਨਿਆ ਗਿਆ। ਔਰ 1 ਵੇਰਾ ਨਹੀਂ, 2 ਵੇਰਾ ਨਹੀਂ, ਉਸ ਮਹਾਂਪੁਰਸ਼ ਦਾ ਨਾਮ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ 8 ਵੇਰਾ ਆਇਆ ਜੇ। ਜੈ ਸਿਮ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ। ਵੇ ਲਾਲੋ, ਮਲਕ ਭਾਗੋ ਦਾ ਨਾਂ ਨਹੀਂ, ਲਾਲੋ ਦਾ ਨਾਂ ਹੈ, ਕਿਉਂਕਿ ਉਹਨੇ ਮਨ ਗੁਰੂ ਨੂੰ ਦੇ ਦਿੱਤਾ ਹੈ। ਗੁਰੂ ਇੰਨਾ ਲਾਗੇ ਹੈ ਕਿਉਂਕਿ ਆ ਕੰਮ ਸਭ ਸਾਫ਼ ਹੋ ਗਿਆ ਵੀ ਗਿਆਨੀ ਜੀ ਆਪਣਾ ਜਿਹੜੀ ਤੁਸੀਂ ਲੈਣਾ ਲਾਓ ਤੇ ਜਾਓ। ਨਵਾਂ ਬੰਦਾ ਲਾਉਣਾ, ਇਹਦਾ ਭਾਵ ਹੁੰਦਾ ਵੀ ਗਿਆਨੀ ਜੀ ਹੁਣ ਬੜਾ ਸੁਣ ਲਿਆ ਤੇ ਜਾਓ ਆਪਣੇ ਰਾਹ ਪਾਓ, ਹੁਣ ਨਵਾਂ ਵੇਹਨੇ ਆ। ਪਰ ਇੱਕ ਗੱਲ ਮੈਨੂੰ ਕਹਿਣ ਦਿਆ ਜੇ, ਕੰਮ ਤਾਂ ਭਾਵੇਂ ਸੈੱਟ ਹੋ ਗਿਆ, ਜਿਹੜਾ ਚਾਹੀਦਾ ਸੀ ਉਹ ਗੱਲ ਹੋ ਗਈ। ਉਹ ਇਹ ਹੈ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਨਗਰ ਗਏ ਨੇ, ਉਹਦਾ ਨਾਮ ਹੈ ਮਖਦੂਮਪੁਰਾ। ਤਲੰਬਾ ਸ਼ਹਿਰ ਹੈ। ਤੇ ਜਿਵੇਂ ਅੰਮ੍ਰਿਤਸਰ ਆਪਾਂ ਵੇਹਨੇ ਲਾਗੇ ਲਾਗੇ ਕਈ ਪਿੰਡ ਸ਼ਹਿਰ ਚ ਰਲ ਗਏ ਨੇ ਨਾ, ਸੁਲਤਾਨ ਪਿੰਡ ਵਗੈਰਾ ਜਾਂ ਹੋਰ ਫਤਿਆਬਾਦ, ਫਤਾਹਪੁਰ, ਉਹ ਮਖਦੂਮਪੁਰ ਪਿੰਡ ਹੈ ਤੇ ਤਲੰਬੇ ਸ਼ਹਿਰ ਚ ਰਲ ਗਿਆ। ਤੇ ਉੱਥੇ ਚਾਚੇ ਤੇ ਭਤੀਏ ਨੇ ਇੱਕ ਕੰਪਨੀ ਬਣਾਈ ਹੈ। ਭਤੀਆ ਲੋਕਾਂ ਨੂੰ ਪ੍ਰੇਰ ਕੇ ਲਿਆਉਂਦਾ ਤੇ ਚਾਚਾ ਮਾਰੀ ਜਾਂਦਾ ਤੇ ਲੁੱਟੀ ਜਾਂਦੇ ਨੇ। ਭਤੀਜੇ ਦਾ ਨਾਮ ਹੈ ਕੱਜਣ ਤੇ ਚਾਚੇ ਦਾ ਨਾਮ ਹੈ ਸੱਜਣ। ਭਾਈ ਮਰਦਾਨੇ ਤੇ ਬਾਬੇ ਨੂੰ ਲੈ ਗਿਆ। ਰਾਤ ਪਈ ਤੇ ਬੜਾ ਕਾਹਲਾ, ਕਹਿੰਦਾ ਬਾਬਾ ਜੀ ਸੌਣਾ ਨਹੀਂ। ਮਰਦਾਨੇ ਨੇ ਵੇਖਿਆ ਵੀ ਲੋਹਾ ਗਰਮ ਹੋਇਆ ਤੇ ਕਹਿੰਦਾ ਤੇਰਾ ਕਿਹਨੂੰ ਸੌਣ ਦੀ ਗੱਲ ਕਹਿਣਾ? ਇਹ ਸੌਣ ਵਾਲਾ ਬਾਬਾ ਨਹੀਂ, ਇਹ ਤਾਂ ਸੁੱਤਿਆਂ ਨੂੰ ਜਗਾਉਣ ਲਈ ਆਉਂਦਾ ਈ। ਜਦੋਂ ਇਹ ਗੱਲ ਕਹੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਮਸਲਾ ਹੱਲ ਕਰ ਦਿੱਤਾ ਈ। ਰਵਾਬ ਸੁਰ ਕਰ ਕਾਈ ਸਿਫਤ ਖੁਦਾਏ ਦੀ ਕਰੀਏ। ਉੱਥੇ ਲਿਖਿਆ ਕਿ ਭਾਈ ਮਰਦਾਨੇ ਨੇ ਰਵਾਬ ਵਜਾਇਆ, ਬਾਬੇ ਨੇ ਕੀਰਤਨ ਕੀਤਾ। ਉਜਲ ਕਹਿਹਾਂ ਚਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਇਹ ਸਾਖੀ ਚ ਮੈਨੂੰ ਇਹ ਲੱਭਾ ਹੈ। ਉਹਨੇ ਇੱਕ ਹੀ ਸ਼ਬਦ ਸੁਣਿਆ ਤੇ ਗੁਰੂ ਦੇ ਚਰਨਾਂ ਦੇ ਸਿਰ ਆ ਕੇ ਆਖਿਆ ਜੀ ਮੈਂ ਭੁੱਲਾ, ਉਹਦਾ ਜੀਵਨ ਬਦਲ ਗਿਆ। ਆਪਾਂ ਕਿੰਨੀ ਵੇਰਾਂ ਬਾਣੀ ਪੜ੍ਹੀ ਤੇ ਕਿੰਨੀ ਵੇਰਾਂ ਸੁਣੀ, ਪਰ ਦਾਲ ਲਾਉਣ ਤੋਂ ਅਜੇ ਵੀ ਨਹੀਂ ਹਟੇ। ਸਾਡੇ ਨਾਲੋਂ ਚੰਗਾ ਯਾਰ, ਉਹਨੇ ਇੱਕ ਸ਼ਬਦ ਸੁਣਿਆ, ਉਹਨੇ ਗੁਨਾਹ ਨੂੰ ਤਿਆਗ ਦਿੱਤਾ। ਜੇ ਆਪਾਂ ਗੁਰਮੁਖੋ ਗੁਰੂ ਨਾਨਕ ਦਾ ਗੁਰਪੁਰਬ ਮਨਾ ਰਹੇ ਹਾਂ ਨਾ, ਜੋ ਹੋ ਗਿਆ ਸੋ ਵਾਹਵਾ ਹੋ ਗਿਆ। ਪਰ ਅੱਜ ਤੋਂ ਆਖੀਏ ਬਾਬਾ ਜਿਵੇਂ ਸੱਜਣ ਤੇ ਕਿਰਪਾ ਕੀਤੀ, ਕਿਤੇ ਮੇਰੇ ਤੇ ਵੀ ਕਿਰਪਾ ਕਰ।